त्यों मत मंद लालसा मेरी, मुक्त निंदा कीन कनेरी। त्यों मत मंद लालसा मेरी, मुक्त निंदा कीन कनेरी। सतनाम श्री वाहिगुरु साहिब जीओ। एक दुती गुरु नानक देवा, ओंकार गुर अंगद पीवा। सतनाम गुर अमर प्यारी, करता रामदास निर्वारी। पुरख श्री अर्जुन सुखदानी, निरभउ हर गोबिंद वखानी। निर्वैर गुरु है श्री हर राई, अकाल मूरत हर कृष्ण ध्याई। अजूनी तेग बहादुर राई, सैभं श्री दशमेश सहाई। गुर प्रसाद ग्रंथ गुर ज्ञाना, वाहिगुरु बंदन भगवाना। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਆਪ ਮਾਈ ਪਾਈ ਨੇਮੀ ਪ੍ਰੇਮੀ, ਦੂਰੋਂ ਨੇੜਿਓਂ ਚੱਲ ਕਰ ਕੀ ਮਹਾਂਪੁਰਖਾਂ ਦੀ ਪਾਵਨ ਪਵਿੱਤਰ ਅਸਥਾਨ ਅਥਵਾ ਗੁਰੂ ਬਾਬਾ ਜੀਆਂ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਭ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਉਣ ਦੇ ਵਾਸਤੇ ਚਿੱਤ ਬਿਰਤੀ ਨੂੰ ਬਾਹਰੋਂ ਇਕਾਗਰ ਕਰਨ ਦੀ ਖੇਚਲ ਕਰੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ ਕਿ ਜਿਸ ਵਕਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ ਜਸ ਲਾਹੌਰ ਸ਼ਹਿਰ ਅਤੇ ਨਜ਼ਦੀਕ ਦੇ ਨਗਰਾਂ ਦੇ ਵਿੱਚ ਬੜਾ ਹੋਣ ਲੱਗਾ, ਤਾਂ ਜਿੱਥੇ ਬੜੇ ਸ਼ਰਧਾਲੂ ਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੁੰਦੇ ਹਨ, ਚਰਨਾਂ 'ਤੇ ਨਮਸਕਾਰਾਂ ਕਰਦੇ ਹਨ, ਭੇਟਾਵਾਂ ਅਰਪਣ ਕਰਦੇ ਹਨ, ਗੁਰੂ ਕੇ ਅੰਮ੍ਰਿਤਮਈ ਬਚਨ ਸੁਣ ਕੇ ਲਾਹੇ ਪ੍ਰਾਪਤ ਕਰਦੇ ਹਨ, ਜੀਵਨ ਸਫਲਾ ਕਰਦੇ ਹਨ। ਉੱਥੇ ਇੱਕ ਕਰੋੜੀਆ ਨਾਮ ਦਾ ਖੱਤਰੀ, ਉਹ ਵੀ ਲਾਹੌਰ ਸ਼ਹਿਰ ਦੇ ਹੀ ਰਹਿਣ ਵਾਲਾ ਸੀ, ਇੱਥੋਂ ਦਾ ਹਾਕਮ ਬਣਿਆ ਹੋਇਆ ਸੀ। ਤਾਂ ਇਹ ਗੁਰੂ ਮਹਾਰਾਜ ਜੀਆਂ ਦਾ ਜਸ ਸੁਣ ਕੇ ਹਿਰਦੇ ਦੇ ਵਿੱਚੋਂ ਬੜੀ ਈਰਖਾ ਦਵੈਸ਼ ਰੱਖਦਾ, ਅਤੇ ਈਰਖਾ ਦਵੈਸ਼ ਦੇ ਕਾਰਨ ਹਿਰਦੇ ਦੇ ਵਿੱਚੋਂ ਸੜਦਾ ਵਲਦਾ ਰਹਿੰਦਾ, ਔਰ ਲੋਕਾਂ ਦੇ ਪਾਸ ਵੀ ਸਤਿਗੁਰਾਂ ਦੇ ਖਿਲਾਫ ਬੋਲ ਕਬੋਲ ਬੋਲਦਾ ਰਹਿੰਦਾ। ਇੱਕ ਦਿਨ ਜੋਗੀਆਂ ਦੇ ਪਾਸੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਸ਼ਬਦ ਸੁਣੇ। ਉਹ ਜੋਗੀ ਇਹ ਸ਼ਬਦ ਪੜ੍ਹ ਰਹੇ ਸੀ, ਨਾਨਕ ਆਖੈ ਰੇ ਮਨਾ, ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਬਹੀ। ਜਿੱਥੇ ਗੁਰਬਾਣੀ ਸ਼ਰਧਾ ਭਾਵਨਾ ਨਾਲ ਪੜ੍ਹਿਆ ਸੁਣਿਆ, ਭਾਵਨਾ ਨਾਲ ਗੁਰਬਾਣੀ ਦੇ ਪਾਠ ਕੀਤਿਆਂ ਮਨ ਨੂੰ ਸ਼ਾਂਤੀ ਠੰਡ ਪ੍ਰਾਪਤ ਹੁੰਦੀ ਹੈ। ਉਥੇ ਇਹ ਕਰੋੜੀਆ
ਗੁਰਬਾਣੀ ਦੇ ਸ਼ਬਦ ਗੁਰੂ ਕੀ ਮਹਿਮਾ ਸੁਣ ਕੇ ਬੜਾ ਹੀ ਸੜ ਵੱਲ ਜਾਂਦਾ ਹੈ। ਆਪਣੇ ਆਦਮੀਆਂ ਨੂੰ ਕਹਿਣ ਲੱਗਿਆ ਕਿ ਦੇਖੋ, ਗੁਰੂ ਨਾਨਕ ਜੀਆਂ ਦੀ ਮਹਿਮਾ ਹਿੰਦੂ ਕੀ ਤੁਰਕ ਕੀ ਸਾਰੇ ਕਰਦੇ ਫਿਰਦੇ ਹਨ। ਜਿੱਥੇ ਗੁਰੂ ਨਾਨਕ ਜੀਆਂ ਨੇ ਹਿੰਦੂਆਂ ਨੂੰ ਖੁਆਰ ਕੀਤਾ ਹੈ, ਉਥੇ ਤੁਰਕ ਵੀ ਆਪਣੇ ਈਮਾਨ ਤੇ ਧਰਮ ਤੇ ਪੱਕੇ ਨਹੀਂ ਰਹੇ। ਇਹ ਵੀ ਹਿੰਦੂ ਦੇ ਅੱਗੇ ਜਾ ਕੇ ਮਸਤਕ ਟੇਕਦੇ, ਮੱਥਾ ਟੇਕਦੇ ਹਨ ਔਰ ਉਸ ਸਥਾਨ ਤੇ ਸਲਾਮਾਂ ਕਰਦੇ ਹਨ। ਤਾਂ ਆਪਣੇ ਆਦਮੀਆਂ ਦੇ ਪਾਸ ਇਸ ਤਰ੍ਹਾਂ ਗੁਰੂ ਮਹਾਰਾਜ ਜੀਆਂ ਦੇ ਖਿਲਾਫ ਬੋਲ ਕਬੋਲ ਬੋਲਦਾ ਰਿਹਾ। ਤਾਂ ਇੱਕ ਦਿਨ ਬੜੇ ਹੀ ਈਰਖਾ ਦਵੈਸ਼ ਦੇ ਨਾਲ ਸੜਿਆ ਵਲਿਆ ਇਹ ਆਪਣੇ ਆਦਮੀਆਂ ਨੂੰ ਕਹਿਣ ਲੱਗਿਆ ਕਿ ਗੁਰੂ ਨਾਨਕ ਜੀ ਉੱਥੇ ਬੈਠੇ ਹਨ ਔਰ ਉਸ ਸਥਾਨ 'ਤੇ ਪਹਿਲੀ ਗੱਲ ਤੇ ਉਹ ਜ਼ਮੀਨ, ਉਹ ਧਰਤੀ ਵੀ ਮੇਰੀ ਹੈ ਕਿ ਉਸ ਸਥਾਨ 'ਤੇ ਮੈਂ ਉਹਨਾਂ ਨੂੰ ਜਾ ਕੇ ਪਕੜ ਕੇ ਲੈ ਕੇ ਆਵਾਂਗਾ, ਕੈਦ ਦੇ ਵਿੱਚ ਬਿਠਾ ਕੇ ਕੈਦ ਕਰ ਦੇਵਾਂਗਾ ਅਤੇ ਉਹਨਾਂ ਨੂੰ ਫਿਰ ਅਸਲੀਅਤ ਸਮਝਾਵਾਂਗਾ ਕਿ ਦੇਖੋ, ਇਉਂ ਦੁਨੀਆ ਦੇ ਵਿੱਚ ਆਪਣੀ ਮਾਨਤਾ ਕਰਾਉਣੀ ਚੰਗੀ ਗੱਲ ਨਹੀਂ ਹੈ। ਤੇ ਹਿੰਦੂ ਧਰਮ ਚਾਰੇ ਵਰਨਾਂ ਦੇ ਲੋਕਾਂ ਨੂੰ ਤੁਸੀਂ ਇੱਕੋ ਹੀ ਉਪਦੇਸ਼ ਦੇ ਹੀ ਜਾਂਦੇ ਹੋ। ਤਾਂ ਇਸ ਤਰ੍ਹਾਂ ਦੇ ਨਾਲ ਬੋਲ ਕਬੋਲ ਸਤਿਗੁਰਾਂ ਦੇ ਖਿਲਾਫ ਬੋਲ ਕੇ ਆਪਣੇ ਆਦਮੀਆਂ ਨੂੰ ਤਿਆਰ ਕਰਕੇ ਸਤਿਗੁਰਾਂ ਨੂੰ ਪਕੜਨ ਦੇ ਵਾਸਤੇ ਜਾਂਦਾ ਹੈ। ਜਦ ਘੋੜੀ 'ਤੇ ਸਵਾਰ ਹੋ ਕੇ ਚੱਲਣ ਲੱਗਦਾ ਹੈ, ਤਿਆਰੀ ਕਰਦਾ ਹੈ, ਘੋੜੀ 'ਤੇ ਚੜ੍ਹਨ ਲੱਗਦਾ ਹੈ, ਘੋੜੀ ਦੇ ਰਕਾਬ ਦੇ ਵਿੱਚ ਪੈਰ ਪਾ ਕੇ ਉੱਪਰ ਚੜ੍ਹਦਾ ਹੈ ਤਾਂ ਘੋੜੀ ਤਿਵਕ ਜਾਂਦੀ ਹੈ। ਬਲਵਾਨ ਘੋੜੀ, ਤਾਕਤਵਰ ਘੋੜੀ ਇਹ ਇੱਕੋ ਦਮ ਤਿਵਕ ਜਾਂਦੀ ਹੈ, ਡਰ ਜਾਂਦੀ ਹੈ। ਤਾਂ ਕਰੋੜੀਆ ਚੜ੍ਹਦਾ ਚੜ੍ਹਦਾ ਧਰਤੀ 'ਤੇ ਥੱਲੇ ਡਿੱਗ ਜਾਂਦਾ ਹੈ। ਡਿੱਗਦੇ ਹੀ ਦੀ ਪੱਗ ਲੈ ਕੇ ਡਿੱਗ ਜਾਂਦੀ ਹੈ। ਇਹ ਕਹਿਣ ਲੱਗਿਆ ਇਹ ਤੇ ਕੋ ਸ਼ਗਨ ਹੋ ਗਿਆ, ਖੋਟਾ ਸ਼ਗਨ ਹੋ ਗਿਆ, ਅੱਜ ਮੈਂ ਉੱਥੇ ਨਹੀਂ ਜਾਵਾਂਗਾ। ਤਾਂ ਇਹ ਦੇਖ ਕੇ ਇਸ ਦੇ ਨਾਲ ਦੇ ਆਦਮੀ ਉਹ ਕਹਿਣ ਲੱਗੇ ਕਿ ਦੇਖੋ ਜੀ, ਜਿਸ ਗੁਰੂ ਨਾਨਕ ਜੀਆਂ ਨੂੰ ਤੁਸੀਂ ਪਕੜਨ ਦੀ ਗੱਲ ਕਰਦੇ ਹੋ, ਕੈਦ ਕਰਨ ਦੀ ਗੱਲ ਕਰਦੇ ਹੋ, ਉਹ ਕੋਈ ਆਮ ਸਾਧੂ ਮਹਾਤਮਾ ਨਹੀਂ, ਉਹ ਤੇ ਵੱਡੇ ਵੱਡੇ ਮਹਾਂਪੁਰਖ ਹਨ ਜਿਨ੍ਹਾਂ ਦੀ ਮਹਿਮਾ ਕਥਨ ਸੁਣਨ ਤੋਂ ਪਰੇ ਹੈ। ਜਦ ਗੁਰੂ ਜੀਆਂ ਦੇ ਬਾਰੇ ਦੱਸਿਆ ਤੇ ਉਹ ਕਰੋੜੀਆ ਈਰਖਾ ਦੇ ਨਾਲ ਸੜਿਆ ਹੋਇਆ ਸਤਿਗੁਰਾਂ ਦਾ ਜਸ ਆਪਣੇ ਆਦਮੀਆਂ ਦੇ ਪਾਸੋਂ ਸੁਣ ਕੇ ਹੀ ਇਹਨਾਂ ਨੂੰ ਵੀ ਵਰਜਦਾ ਹੈ, ਇਹਨਾਂ ਨੂੰ ਵੀ ਰੋਕਦਾ ਹੈ। ਇਸ ਤਰ੍ਹਾਂ ਕਹਿਣ ਲੱਗਿਆ ਕਿ ਤੁਹਾਨੂੰ ਕੀ ਪਤਾ ਹੈ। ਹੋਰ ਵੀ ਬੜੇ ਨਿਰਾਦਰ ਦੇ ਵਚਨ ਇਹਨਾਂ ਨੂੰ ਵੀ ਕਹਿ ਦਿੱਤੇ। ਇਹ ਚੁੱਪ ਕਰ ਜਾਂਦੇ ਹਨ। ਤਾਂ ਕਰੋੜੀਆ ਕਹਿਣ ਲੱਗਿਆ ਅੱਜ ਤਾਂ ਮੈਂ ਰਹਿਣ ਦਿੰਦਾ ਹਾਂ, ਅੱਜ ਤਾਂ ਮੈਂ ਨਹੀਂ ਜਾਂਦਾ ਹਾਂ, ਕੁਛ ਸ਼ਗਨ ਹੋ ਗਿਆ ਹੈ, ਕੱਲ੍ਹ ਨੂੰ ਮੈਂ ਜ਼ਰੂਰ ਜਾਵਾਂਗਾ ਸਵੇਰ ਹੁੰਦਿਆਂ ਹੀ। ਜਦ ਅਗਲਾ ਦਿਨ ਹੁੰਦਾ ਹੈ, ਉਸੇ ਤਰ੍ਹਾਂ ਘੋੜੀ 'ਤੇ ਸਵਾਰ ਹੋ ਕੇ ਆਪਣੇ ਆਦਮੀਆਂ ਨੂੰ ਬਹੁਤ ਸਾਰਿਆਂ ਨੂੰ ਨਾਲ ਲਿਆ ਹੋਇਆ ਹੈ ਕਿ ਅੱਜ ਗੁਰੂ ਨਾਨਕ ਜੀਆਂ ਨੂੰ ਪਕੜ ਕੇ ਲੈ ਕੇ ਆਵਾਂਗਾ, ਇਸ ਸਥਾਨ 'ਤੇ ਲਿਆ ਕੇ ਕੈਦ ਦੇ ਵਿੱਚ ਬਿਠਾ ਦੇਵਾਂਗਾ। ਤਾਂ ਜਦ ਚੱਲਦਾ ਹੈ, ਚਲਦੇ ਚਲਦੇ ਉਹ ਭਾਵੇਂ ਨਾਲ ਦੇ ਬਹੁਤ ਸਾਰੇ ਗੁਰੂ ਜੀਆਂ ਦੇ ਜਸ ਦੇ ਬਾਰੇ ਜਾਣੂ ਹਨ, ਪਰ ਫਿਰ ਵੀ ਇਸ ਕਰੋੜੀਏ ਦੇ ਭੈ ਤੋਂ ਕੋਈ ਵੀ ਇਸ ਦੇ ਪਾਸ ਗੁਰੂ ਜੀਆਂ ਦੀ ਬਾਬਤ ਬਚਨ ਬਿਲਾਸ ਨਹੀਂ ਕਹਿੰਦਾ। ਚਲਦੇ ਚਲਦੇ ਜਦ ਸਤਿਗੁਰਾਂ ਦੇ ਨਜ਼ਦੀਕ ਪਹੁੰਚ ਜਾਂਦੇ ਹਨ, ਕੁਝ ਕੁ ਦੂਰੀ 'ਤੇ ਹਨ, ਤਾਂ ਇਹ ਕਰੋੜੀਆ ਅੰਧਾ ਹੋ ਜਾਂਦਾ ਹੈ, ਇਸ ਨੂੰ ਦਿਖਾਈ ਦੇਣਾ ਬੰਦ ਹੋ ਜਾਂਦਾ ਹੈ। ਔਰ ਇਸ ਤਰ੍ਹਾਂ ਕਿ ਇਸ ਨੂੰ ਆਪਣਾ ਹੱਥ ਪਸਾਰਿਆ ਵੀ ਦਿਖਾਈ ਨਹੀਂ ਦਿੰਦਾ। ਤਾਂ ਜਦ ਇਹ ਹਾਲ ਇਸ ਦੇ ਕਰੋੜੀਏ ਦੇ ਹੋਏ, ਇਹ ਹਾਲਾਤ ਹੋਏ, ਤਾਂ ਫਿਰ ਇਸ ਨੂੰ ਪਤਾ ਚੱਲਿਆ ਕਿ ਗੁਰੂ ਜੀਆਂ ਦੀ ਮਹਿਮਾ ਕੀ ਹੈ। ਤਾਂ ਫਿਰ ਹਿਰਦੇ ਦੇ ਵਿੱਚੋਂ ਬੜਾ ਦੁਖੀ ਹੋਇਆ, ਬੜਾ ਝੂਰਦਾ ਹੈ ਕਿ ਮੈਂ ਤੇ ਗਲਤੀ ਕਰ ਬੈਠਾ ਹਾਂ। ਜਿਸ ਗੁਰੂ ਨਾਨਕ ਜੀਆਂ ਦਾ ਜਸ ਚਾਰੇ ਵਰਨਾਂ ਦੇ ਲੋਕ ਕਰ ਰਹੇ ਹਨ, ਔਰ ਉਹ ਗੁਰੂ ਨਾਨਕ ਜੀ ਕੋਈ ਆਮ ਆਦਮੀ ਨਹੀਂ ਹੈ, ਕਿਸੇ ਵੱਡੀ ਪਾਵਰ, ਕਿਸੇ ਵੱਡੀ ਸ਼ਕਤੀ ਨੂੰ ਰੱਖਣ ਵਾਲੇ ਹਨ। ਤਾਂ ਇਹ ਮਨ ਦੇ ਵਿੱਚ ਝੂਰਦਾ ਹੈ ਕਿ ਮੈਂ ਤੇ ਬੜੀ ਵੱਡੀ ਗਲਤੀ ਕਰ ਬੈਠਾ। ਹੁਣ ਕਿਤੇ ਐਸਾ ਨਾ ਹੋਵੇ ਕਿ ਕਿਤੇ ਸਾਰੀ ਜ਼ਿੰਦਗੀ ਮੈਨੂੰ ਅੰਧੇਪਣ ਦੇ ਨਾਲ ਹੀ, ਇਸ ਦੁੱਖ ਦੇ ਨਾਲ ਹੀ ਆਪਣਾ ਜੀਵਨ ਬਤੀਤ ਕਰਨਾ ਪਵੇ। ਤੇ ਮਨ ਦੇ ਵਿੱਚੋਂ ਬੜਾ ਡਰ ਜਾਂਦਾ ਹੈ, ਘਬਰਾ ਜਾਂਦਾ ਹੈ। ਘਬਰਾਇਆ ਹੋਇਆ ਤੇ ਆਪਣੇ ਆਦਮੀਆਂ ਨੂੰ ਵੀ ਦੱਸਣਾ ਕਰਦਾ ਹੈ ਕਿ ਮੈਨੂੰ ਤੇ ਕੁਝ ਦਿਖਾਈ ਨਹੀਂ ਦੇ ਰਿਹਾ,
ਤੇ ਮੈਂ ਤੇ ਬਿਲਕੁਲ ਅੰਧਿਆਂ ਦੇ ਸਮਾਨ ਹੋ ਗਿਆ ਹਾਂ। ਤਾਂ ਉਹਨਾਂ ਨੇ ਫਿਰ ਗੁਰੂ ਜੀਆਂ ਦਾ ਜਸ ਕੀਤਾ, ਕਹਿਣ ਲੱਗੇ ਕਿ ਦੇਖੋ ਜੀ, ਜਿਸ ਗੁਰੂ ਨਾਨਕ ਜੀਆਂ ਨੂੰ ਤੁਸੀਂ ਆਮ ਸਾਧੂ ਮਹਾਤਮਾ ਸਮਝ ਕੇ ਉਹਨਾਂ ਨੂੰ ਪਕੜਨ ਦੀ ਗੱਲ ਕਰਦੇ ਸੀ, ਉਹਨਾਂ ਨੂੰ ਕੈਦ ਕਰਨ ਦੀ ਗੱਲ ਕਰਦੇ ਸੀ, ਉਹ ਗੁਰੂ ਨਾਨਕ ਜੀ ਕੋਈ ਵੱਡੇ ਮਹਾਂਪੁਰਖ ਇਸ ਧਰਤੀ 'ਤੇ ਪ੍ਰਗਟ ਹੋਏ ਹਨ, ਜੀਵਾਂ ਦੇ ਭਲੇ ਦੇ ਲਈ, ਦੁਨੀਆ ਦੇ ਉਧਾਰ ਦੇ ਲਈ ਆਏ ਹੋਏ ਹਨ। ਤੁਹਾਨੂੰ ਉਹਨਾਂ ਦੀ ਮਹਿਮਾ ਨੂੰ ਜਾਣਨਾ ਚਾਹੀਦਾ ਹੈ। ਤਾਂ ਉਹ ਕਹਿਣ ਲੱਗਿਆ ਕਿ ਹੁਣ ਤੇ ਮੈਨੂੰ ਪਤਾ ਚੱਲ ਗਿਆ ਹੈ, ਮੈਂ ਪਰਖ ਕਰ ਲਈ ਹੈ, ਹੁਣ ਤੇ ਮੈਨੂੰ ਤਸੱਲੀ ਹੋ ਗਈ ਹੈ ਕਿ ਗੁਰੂ ਨਾਨਕ ਜੀ ਆਮ ਪੁਰਸ਼ ਨਹੀਂ ਹਨ। ਪਰ ਹੁਣ ਜੋ ਮੇਰੇ ਅੰਧੇਪਣੇ ਦਾ ਦੁੱਖ ਹੈ, ਜੋ ਇਸ ਤੋਂ ਵੀ ਮੈਨੂੰ ਛੁਟਕਾਰਾ ਮਿਲ ਸਕਦਾ ਹੈ ਕਿ ਨਹੀਂ ਮਿਲ ਸਕਦਾ। ਉਹ ਕਹਿਣ ਲੱਗੇ ਜ਼ਰੂਰ ਮਿਲੇਗਾ, ਪਰ ਤੁਹਾਨੂੰ ਆਪਣੇ ਮਾਨ ਅਹੰਕਾਰ ਨੂੰ ਛੱਡ ਕੇ, ਤਿਆਗ ਕੇ ਗੁਰੂ ਨਾਨਕ ਜੀਆਂ ਦੀ ਸ਼ਰਨ ਦੇ ਵਿੱਚ ਪੈਣਾ ਪਵੇਗਾ। ਉਹਨਾਂ ਸਤਿਗੁਰਾਂ ਦੇ ਚਰਨ ਪਰਸਣੇ ਪੈਣਗੇ। ਜੇਕਰ ਗੁਰੂ ਜੀਆਂ ਦੀ ਖੁਸ਼ੀ ਹੋ ਗਈ, ਪ੍ਰਸੰਨਤਾ ਹੋ ਗਈ ਤੇਰੇ ਉੱਪਰ, ਤਾਂ ਤੇਰਾ ਇਹ ਅੰਧੇਪਨ ਦਾ ਦੁੱਖ ਉਸੇ ਟਾਈਮ ਸਤਿਗੁਰਾਂ ਨੇ ਦੂਰ ਕਰ ਦੇਣਾ ਹੈ। ਕਿਉਂਕਿ ਜੋ ਸਿੱਖ ਸੰਗਤਾਂ ਜਾਂ ਚਾਰੇ ਵਰਨਾਂ ਦੇ ਲੋਕ ਜਾਂਦੇ ਹਨ ਨਾ, ਇਹ ਵੀ ਕਿਸੇ ਕਾਰਨ 'ਤੇ ਹੀ ਸਤਿਗੁਰਾਂ ਦੇ ਪਾਸ ਜਾਂਦੇ ਹਨ। ਸਤਿਗੁਰਾਂ ਦੇ ਪਾਸ ਰੋਗੀਆਂ ਦੇ ਰੋਗ ਦੂਰ ਹੋ ਜਾਂਦੇ ਹਨ। ਸਤਿਗੁਰਾਂ ਦੇ ਦਰਸ਼ਨ ਕਰਕੇ ਹੀ ਮਨੋਕਾਮਨਾ ਇਨਸਾਨ ਦੀਆਂ ਪੂਰੀਆਂ ਹੋ ਜਾਂਦੀਆਂ ਹਨ। ਹੋਰ ਜੋ ਵੀ ਬਚਨ ਬਿਲਾਸ ਕਰ ਦੇਣ ਉਹੀ ਪੂਰਾ ਹੁੰਦਾ ਹੈ। ਜੇਕਰ ਤੁਸੀਂ ਸ਼ਰਧਾ ਅਤੇ ਭਾਵਨਾ ਦੇ ਨਾਲ ਜਾਵੋਗੇ ਤੇ ਸਤਿਗੁਰਾਂ ਦਾ ਤੇ ਇਹ ਬਿਰਧ ਹੀ ਹੈ ਕਿ ਉਹ ਸ਼ਰਨ ਪਰਿਆਂ ਦੀ ਲੱਜਿਆ ਰੱਖਦਾ ਹੈ, ਸ਼ਰਨ ਪਰਿਆਂ ਦੀ ਲਾਜ ਰੱਖਦਾ ਹੈ। ਦੀਨ ਅਤੇ ਦੁਖੀਆਂ ਦੇ ਉੱਪਰ ਬੜੇ ਦਿਆਲੂ ਹੋ ਜਾਂਦੇ ਹਨ ਸਤਿਗੁਰੂ, ਉਹਨਾਂ ਦੇ ਦੁੱਖ ਦੂਰ ਕਰ ਦਿੰਦੇ ਹਨ। ਤਾਂ ਕਰੋੜੀਆ ਕਹਿਣ ਲੱਗਿਆ, ਫਿਰ ਮੈਨੂੰ ਵੀ ਸਤਿਗੁਰਾਂ ਦੇ ਪਾਸ ਹੁਣ ਲੈ ਚੱਲੋ, ਮੈਂ ਵੀ ਬੜੀ ਭਾਵਨਾ ਸ਼ਰਧਾ ਦੇ ਨਾਲ ਸਤਿਗੁਰਾਂ ਦੇ ਚਰਨ ਪਰਸਾਂਗਾ। ਤਾਂ ਉਹ ਕਹਿਣ ਲੱਗੇ ਜੀ ਫਿਰ ਇਉਂ ਕਰੋ ਕਿ ਇਸ ਘੋੜੀ ਤੋਂ ਹੁਣ ਥੱਲੇ ਉਤਰ ਆਵੋ, ਔਰ ਪੈਦਲ ਹੀ ਨੰਗੇ ਪੈਰ ਚੱਲ ਕੇ ਜਾਓ। ਹਿਰਦੇ ਦੇ ਵਿੱਚ ਸਤਿਗੁਰਾਂ ਦਾ ਜਸ ਇਹ ਵਸਾ ਲਵੋ ਕਿ ਸਤਿਗੁਰੂ ਵੱਡੇ ਮਹਾਂਪੁਰਖ ਹਨ। ਤਾਂ ਉਸਨੇ ਇਸ ਤਰ੍ਹਾਂ ਦੀ ਨੇਕ ਨਸੀਹਤ ਆਪਣੇ ਆਦਮੀਆਂ ਦੀ ਮੰਨ ਲਈ। ਘੋੜੀ ਤੋਂ ਥੱਲੇ ਉਤਰਿਆ, ਪੈਦਲ ਚੱਲਦਾ ਹੈ, ਪੈਰ ਵੀ ਇੱਧਰ ਉੱਧਰ ਥਿੜਕਦੇ ਰਹਿੰਦੇ ਹਨ, ਕਿਉਂਕਿ ਇੱਕਦਮ ਦਿਖਾਈ ਦੇਣਾ ਬੰਦ ਹੋ ਗਿਆ ਹੈ ਨਾ। ਤਾਂ ਇਸ ਦੇ ਦੋ ਆਦਮੀ ਇਹਨਾਂ ਨੂੰ ਬਾਹਾਂ ਤੋਂ ਇਸ ਨੂੰ ਪਕੜ ਕੇ ਕਰੋੜੀਏ ਨੂੰ ਅੱਗੇ ਅੱਗੇ ਤੋਰ ਰਹੇ ਹਨ। ਜਦ ਥੋੜ੍ਹੀ ਦੂਰੀ 'ਤੇ ਰਹਿ ਗਏ ਤੇ ਉਹਨਾਂ ਨੇ ਦੱਸਿਆ ਕਿ ਉਹ ਸਾਹਮਣੇ ਥੋੜ੍ਹੀ ਦੂਰੀ 'ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਹਨ। ਤਾਂ ਉਸੇ ਅਸਥਾਨ ਤੋਂ ਕਰੋੜੀਆ ਉੱਚੀ ਉੱਚੀ ਇਹ ਬੋਲਣ ਲੱਗਦਾ ਹੈ, ਬੇਨਤੀਆਂ ਕਰਨ ਲੱਗਦਾ ਹੈ ਕਿ ਮੈਨੂੰ ਬਖਸ਼ ਲਵੋ ਸੱਚੇ ਪਾਤਸ਼ਾਹ, ਮੈਂ ਆਪ ਜੀਆਂ ਦਾ ਗੁਨਾਹੀ ਹਾਂ, ਆਪ ਜੀਆਂ ਦਾ ਨਿੰਦਕ ਹਾਂ, ਮੈਨੂੰ ਬਖਸ਼ ਲਵੋ, ਮੈਨੂੰ ਮਾਫ ਕਰ ਦੇਵੋ। ਦੂਰ ਤੋਂ ਹੀ ਇਹ ਕਹਿੰਦਾ ਹੋਇਆ ਸਤਿਗੁਰਾਂ ਦੇ ਪਾਸ ਨੇੜੇ ਜਾ ਰਿਹਾ ਹੈ। ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ, ਆਲਸ ਤੋਂ ਰਹਿਤ ਹੋ ਕੇ ਪ੍ਰੇਮ ਦੇ ਨਾਲ ਸਰਵਣ ਕਰੋ, ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਤਿਉ ਮਤ ਮੰਦ ਲਾਲਸਾ ਮੇਰੀ। ਤਾਂ ਕਰੋੜੀਆ ਉੱਚੀ ਉੱਚੀ ਕਹਿੰਦਾ ਹੈ ਕਿ ਮੈਂ ਤੇ ਮੰਦੀ ਮਤ ਵਾਲਾ ਰਿਹਾ, ਮੂਰਖ ਮਤ ਵਾਲਾ ਰਿਹਾ, ਮੇਰੇ ਤੇ ਮਨ ਦੇ ਵਿੱਚ ਖੋਟੀ ਲਾਲਸਾ ਬਣੀ ਹੀ ਰਹੀ। ਮੁਖ ਤੇ ਨਿੰਦਾ ਕੀਨ ਕਨੇਰੀ। ਸੱਚੇ ਪਾਤਸ਼ਾਹ ਆਪਣੇ ਮੂੰਹ ਤੋਂ ਤਾਂ ਮੈਂ ਆਪ ਜੀਆਂ ਦੀ ਬਹੁਤ ਸਾਰੀ ਨਿੰਦਿਆ ਕੀਤੀ ਹੈ। ਅਪਰਾਧੀ ਮੈਂ ਪ੍ਰਭੂ ਤੁਮਾਰਾ। ਹੇ ਪ੍ਰਭੂ, ਮੈਂ ਤਾਂ ਆਪ ਦਾ ਵੱਡਾ ਅਪਰਾਧੀ ਗੁਨਾਹੀ ਹਾਂ। ਬਖਸ਼ ਲਿਓ ਅਵਦੀਨ ਦਿਆਰਾ। ਦੀਨ ਦਿਆਲ ਸਤਿਗੁਰੂ ਕਿਰਪਾ ਕਰੋ, ਮੈਨੂੰ ਵੀ ਪਾਪੀ ਨੂੰ, ਮੈਨੂੰ ਵੀ ਗੁਨਾਹੀ ਨੂੰ ਬਖਸ਼ ਦੇਵੋ। ਹਿਰਦੇ ਬਿਸੂਰਤ ਅਸਮੁਖ ਬੋਲ ਹੈ। ਹਿਰਦੇ ਤੋਂ ਬੜਾ ਬਿਸੂਰਦਾ ਹੈ, ਬੜਾ ਝੂਰਦਾ ਹੈ, ਆਪਣੇ ਮੂੰਹ ਤੋਂ ਇਸ ਤਰ੍ਹਾਂ ਬੇਨਤੀ ਕਰ ਰਿਹਾ ਹੈ। ਡਗਮਗ ਪਗ ਮਗ ਚਲਤਿਓ ਡੋਲੇ। ਹੁਣ ਇਹ ਚੱਲਦਾ ਹੈ, ਇਸ ਦੇ ਪੈਰ ਵੀ ਥਿੜਕਦੇ ਹੈ, ਡਗਮਗ ਹੁੰਦੇ ਹੈ, ਇੱਧਰ ਉੱਧਰ ਰੱਖੇ ਜਾਂਦੇ ਹੈ,
ਕਿਉਂਕਿ ਇੱਕਦਮ ਦਿਖਾਈ ਦੇਣਾ ਬੰਦ ਹੋਇਆ। ਇਸ ਦੇ ਦੋ ਆਦਮੀ ਬਾਹਾਂ ਤੋਂ ਪਕੜ ਕੇ ਇਸ ਨੂੰ ਅੱਗੇ ਤੋਰ ਰਹੇ ਹਨ। ਇਕ ਨਰ ਗਏ ਕਰ ਤੇ ਕੋ ਹੱਥਾ, ਤਾਂ ਇਸ ਦਾ ਹੱਥ ਪਕੜਿਆ ਹੋਇਆ ਹੈ ਇਸ ਦੇ ਆਦਮੀ ਨੇ। ਲੈ ਡਾਰਿਓ ਪਗ ਪਰ ਜਗਨਾਥਾ, ਇਸ ਦੇ ਹੱਥ ਪਕੜ ਕੇ ਇਸ ਨੂੰ ਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੇ ਉੱਪਰ ਪਾ ਦਿੱਤਾ। ਸਤਿਗੁਰਾਂ ਦੇ ਚਰਨਾਂ ਤੇ ਇਸ ਕਰੂੜੀਏ ਦੇ ਹੱਥ ਲਵਾ ਦਿੱਤੇ। ਸ਼ਰਨ ਸ਼ਰਨ ਮੈਂ ਗਿਰਾ ਉਚਾਰੀ, ਸਤਿਗੁਰਾਂ ਦੇ ਚਰਨਾਂ ਤੇ ਢਹਿ ਪਿਆ। ਬੜੇ ਅਧੀਨ ਹੋ ਕੇ ਬੇਨਤੀਆਂ ਕਰ ਰਿਹਾ ਕਿ ਸੱਚੇ ਪਾਤਸ਼ਾਹ ਮੈਂ ਆਪ ਜੀਆਂ ਦੀ ਸ਼ਰਨ ਹਾਂ, ਆਪ ਜੀਆਂ ਦੀ ਸ਼ਰਨ ਹਾਂ। ਪਰ ਰਹਿਓ ਸਮਦੰਡ ਅਗਾਰੀ, ਡੰਡੇ ਦੇ ਸਮਾਨ ਲੰਮਾ ਪੈ ਜਾਂਦਾ ਹੈ। ਅੱਠੇ ਅੰਗ ਲਾ ਕੇ ਡੰਡੌਤ ਕਰਦਾ ਹੈ, ਚਰਨ ਪਕੜ ਕੇ ਬੇਨਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਮੈਨੂੰ ਗੁਨਾਹੀ ਨੂੰ, ਮੈਨੂੰ ਪਾਪੀ ਨੂੰ ਵੀ ਬਖਸ਼ ਲਵੋ। ਕਰ ਬੇਨਤੀ ਬਹੁਤੋ ਕਿਗਿਆਇਓ, ਤਾਂ ਬਾਰ-ਬਾਰ ਤਰਲੇ ਕਰਦਾ ਹੈ, ਬੇਨਤੀਆਂ ਕਰਦਾ ਹੈ, ਮਹਾਰਾਜ ਮੈਂ ਆਪ ਜੀਆਂ ਦੀ ਬੜੀ ਨਿੰਦਿਆ ਕੀਤੀ, ਈਰਖਾ ਦੇ ਦਵੈਸ਼ ਦੇ ਵਸ ਹੋ ਕੇ ਮੈਂ ਬੜੇ ਆਪ ਜੀਆਂ ਨੂੰ ਬੋਲ ਕਬੋਲ ਬੋਲਦਾ ਰਿਹਾ। ਬਹੁਰ ਨਾ ਉਪਰ ਸੀਸ ਉਠਾਇਓ, ਹੁਣ ਸਤਿਗੁਰਾਂ ਦੇ ਚਰਨਾਂ ਤੇ ਮਸਤਕ ਰੱਖ ਕੇ, ਸਿਰ ਰੱਖ ਕੇ ਇਸ ਤਰ੍ਹਾਂ ਦੀਨਤਾ ਦੇ ਨਾਲ ਬੇਨਤੀਆਂ ਕਰਦਾ ਹੈ। ਇੱਕ ਵਾਰ ਸਤਿਗੁਰਾਂ ਦੇ ਚਰਨਾਂ ਤੇ ਸਿਰ ਰੱਖਿਆ ਤੇ ਦੁਬਾਰਾ ਸਿਰ ਉਠਾਇਆ ਨਹੀਂ ਹੈ। ਕਿਰਪਾ ਨਿਧਾਨ ਤਾਸ ਗਤ ਦੇਖੀ, ਗੁਰੂ ਮਹਾਰਾਜ ਜੀਆਂ ਨੇ ਇਸ ਦੀ ਸਾਰੀ ਹਾਲਤ ਨੂੰ ਦੇਖ ਲਿਆ ਹੈ, ਜਾਣ ਲਿਆ ਹੈ ਕਿ ਕਿਤੇ ਤੇ ਆਪਣੀ ਚੌਧਰਤਾ ਹਕੂਮਤ ਦੇ ਮਾਨ ਦੇ ਵਿੱਚ, ਹੰਕਾਰ ਦੇ ਵਿੱਚ ਫੁੱਲਿਆ ਫਿਰਦਾ ਸੀ ਤੇ ਇਉਂ ਕਰਕੇ ਨਿੰਦਿਆ ਕਰਦਾ ਸੀ, ਬੋਲ ਕਬੋਲ ਬੋਲਤਾ ਸੀ। ਕਿੱਥੇ ਹੁਣ ਇਸ ਦਾ ਸਾਰਾ ਮਾਨ ਹੰਕਾਰ ਦੂਰ ਹੋ ਗਿਆ ਹੈ। ਹੁਣ ਡੰਡੇ ਵਾਂਗ ਸਿੰਧਾ ਹੋ ਕੇ ਸਾਡੇ ਪਾਸ ਆ ਕੇ ਬੇਨਤੀਆਂ ਕਰ ਰਿਹਾ ਹੈ। ਕਰੁਣਾ ਉਪਜੀ ਹਿਰਦੇ ਵਿਸੇਖੀ, ਜਦ ਵਾਰ-ਵਾਰ ਕਿਕਿਆ ਕੇ ਤਰਲੇ ਲੈ ਕੇ ਇਸਨੇ ਸਤਿਗੁਰਾਂ ਦੇ ਚਰਨ ਪਕੜ ਕੇ ਬੇਨਤੀਆਂ ਕੀਤੀਆਂ ਤੇ ਸਤਿਗੁਰੂ ਮਹਾਰਾਜ ਦੀਨ ਦਿਆਲੂ ਪਾਤਸ਼ਾਹ ਤੇ ਹੈ ਹੀ, ਦੀਨਤਾ ਦੇ ਦਿਆਲਤਾ ਦੇ ਘਰ ਦੇ ਵਿੱਚ ਆਏ, ਇਸ ਦੇ ਉੱਪਰ ਮਿਹਰਾਂ ਭਰੀ ਨਜ਼ਰ ਪਾਉਣ ਲੱਗੇ ਹਨ। ਕਹਿਓ ਉਠੋ ਖੋਲੋ ਨਿਜ ਲੋਚਨ, ਦੀਨਤਾ ਦੇ ਘਰ ਦੇ ਵਿੱਚ ਆ ਕੇ ਸਤਿਗੁਰੂ ਮਹਾਰਾਜ ਇਸ ਤੇ ਕਿਰਪਾ ਕਰਦੇ ਹਨ ਅਤੇ ਆਪਣੇ ਮੁਖਾਰ ਬਿੰਦ ਤੋਂ ਬਚਨ ਕਰਦੇ ਹਨ ਕਿ ਭਾਈ ਉੱਠ ਅਤੇ ਆਪਣੀਆਂ ਅੱਖਾਂ ਖੋਲ੍ਹਣਾ ਕਰ। ਮਨ ਸੋਚਨ ਸਭ ਕਰੋ ਵਿਮੋਚਨ, ਸਤਿਗੁਰੂ ਬਚਨ ਕਰਦੇ ਹਨ ਕਿ ਹੁਣ ਤੂੰ ਆਪਣੇ ਮਨ ਦੀਆਂ ਚਿੰਤਾਵਾਂ, ਮਨ ਦੀਆਂ ਗਿਣਤੀਆਂ ਮਿੰਤੀਆਂ ਸਭ ਛੱਡ ਦੇ, ਦੂਰ ਕਰ ਦੇ। ਕਿਰਪਾ ਉਕਤ ਬਾਣੀ ਕੋ ਸੁਨ ਕੇ, ਜਦ ਗੁਰੂ ਮਹਾਰਾਜ ਜੀਆਂ ਦੇ ਐਸੇ ਮਿੱਠੇ ਅੰਮ੍ਰਿਤਮਈ ਬਚਨ ਸੁਣੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਤੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਅੱਜ ਪਹਿਲੀ ਦਫਾ ਗੁਰੂ ਮਹਾਰਾਜ ਜੀਆਂ ਦੇ ਅੰਮ੍ਰਿਤਮਈ ਬਚਨ ਸੁਣੇ। ਪਹਿਲੇ ਤੇ ਸਤਿਗੁਰਾਂ ਤੋਂ ਦੂਰ ਦੂਰ ਰਹਿ ਕੇ ਹੀ, ਸਤਿਗੁਰਾਂ ਦਾ ਜਸ ਸੁਣ ਕੇ ਹੀ ਈਰਖਾ ਦਵੈਸ਼ ਦੇ ਨਾਲ ਸੜਦਾ ਵਲਦਾ ਰਹਿੰਦਾ ਸੀ। ਅੱਜ ਪਹਿਲੀ ਦਫਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਅੰਮ੍ਰਿਤਮਈ ਬਚਨ ਸੁਣੇ। ਸਤਿਗੁਰਾਂ ਨੇ ਬਚਨ ਕੀਤਾ ਕਿ ਉਠੋ ਭਾਈ, ਔਰ ਉੱਠ ਕੇ ਆਪਣੇ ਨੇਤਰ ਖੋਲੋ, ਅੱਖਾਂ ਨੂੰ ਖੋਲ੍ਹਣਾ ਕਰੋ। ਤੇ ਸਤਿਗੁਰਾਂ ਦੇ ਅੰਮ੍ਰਿਤਮਈ ਬਚਨ ਸੁਣ ਕੇ ਹੀ ਨਿਹਾਲ ਹੋ ਜਾਂਦਾ ਹੈ। ਉਠ ਬੈਠਿਓ ਬਖਸ਼ਿਓ ਨਿਜ ਗੁਣ ਕੈ, ਕਿੰਨਾ ਲੰਮਾ ਸਮਾਂ ਸਤਿਗੁਰਾਂ ਦੇ ਚਰਨਾਂ ਤੇ ਆਪਣਾ ਸਿਰ ਰੱਖ ਕੇ ਬੇਨਤੀਆਂ ਕਰ ਰਿਹਾ ਸੀ। ਸਤਿਗੁਰਾਂ ਨੇ ਬਚਨ ਕੀਤਾ ਤੇ ਉਸੇ ਟਾਈਮ ਉੱਠ ਕੇ ਬੈਠਾ ਅਤੇ ਆਪਣੀਆਂ ਅੱਖਾਂ ਖੋਲ੍ਹਦਾ ਹੈ। ਨੀਕੇ ਲਗਿਓ ਬਿਲੋਕਨ ਤੈਸੇ, ਬਸ ਸਤਿਗੁਰਾਂ ਦਾ ਬਚਨ ਹੋਣ ਦੀ ਦੇਰ ਸੀ ਕਿ ਜੋ ਅੱਖਾਂ ਤੋਂ ਦਿਖਾਈ ਦੇਣਾ ਬੰਦ ਹੋ ਗਿਆ ਸੀ, ਅੰਧਾ ਹੋ ਗਿਆ ਸੀ, ਅੱਖਾਂ ਚਿਰਾਗਾਂ ਦੇ ਵਾਂਗ ਜਗ ਪੈਂਦੀਆਂ ਹਨ, ਉਸੇ ਟਾਈਮ ਪ੍ਰਕਾਸ਼ ਹੋ ਜਾਂਦਾ ਹੈ, ਸਭ ਕੁਝ ਦਿਖਾਈ ਦੇਣ ਲੱਗ ਪੈਂਦਾ ਹੈ। ਹੋਤੀ ਅਗਾਰੀ ਦ੍ਰਿਸ਼ਟ ਸੋ ਜੈਸੈ, ਤੇ ਜਿਸ ਤਰ੍ਹਾਂ ਪਹਿਲਾਂ ਇਸ ਦੀ ਦ੍ਰਿਸ਼ਟੀ ਸੀ, ਇਸ ਦੀ ਨਿਗਾਹ ਸੀ, ਉਸੇ ਤਰ੍ਹਾਂ ਦੀ ਇਸ ਦੀ ਨਿਗਾਹ ਹੋ ਗਈ, ਬਿਲਕੁਲ ਸਾਫ਼ ਦਿਖਾਈ ਦੇਣ ਲੱਗ ਪੈਂਦਾ ਹੈ। ਹਾਥ ਬੰਦ ਦਵੇ ਹਵੇ ਕਰ ਠਾਡੋ, ਫਿਰ ਦੋਨੇ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਜਦ ਦਰਸ਼ਨ ਕਰਦਾ ਹੈ, ਬੋਲਿਓ ਹਿਰਦੇ ਪ੍ਰੇਮ ਬੋ ਵਾਡੋ, ਨੂਰਾਨੀ ਚਿਹਰੇ ਦੇ ਦਰਸ਼ਨ ਕਰਕੇ ਹੀ ਨਿਹਾਲ ਹੋ ਜਾਂਦਾ ਹੈ
ਅਰ ਹਿਰਦੇ ਦੇ ਵਿੱਚ ਬੜਾ ਪਿਆਰ ਅਥਾ ਪ੍ਰੇਮ ਜਾਗ ਪੈਂਦਾ ਹੈ। ਕਿਰਪਾ ਧਾਰ ਟਿਗ ਆਪਣੇ ਪਾਇਨ, ਤਾਂ ਕਿਰਪਾ ਦੇ ਖਜ਼ਾਨੇ ਸਤਿਗੁਰੂ ਮਹਾਰਾਜ ਆਪਣੇ ਪਾਸ ਬਿਠਾਉਂਦੇ ਹਨ। ਪ੍ਰਭ ਜੀ ਲੀਜੈ ਮੋਰ ਉਪਾਇਨ, ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਹੈ ਸੱਚੇ ਪਾਤਸ਼ਾਹ ਆਪ ਜੀਆਂ ਦੇ ਚਰਨ ਕਮਲਾਂ ਤੋਂ ਬਲਿਹਾਰ ਜਾਂਦਾ ਹਾਂ। ਆਪ ਜੀਆਂ ਨੇ ਮੇਰੀ ਗਲਤੀਆਂ ਮੇਰੀ ਭੁੱਲਾਂ ਦੀ ਮੈਨੂੰ ਮਾਫੀ ਬਖਸ਼ ਦਿੱਤੀ ਹੈ। ਹੁਣ ਇੱਕ ਬੇਨਤੀ ਮੇਰੀ ਆਪ ਜੀਆਂ ਦੇ ਚਰਨਾਂ ਦੇ ਪਾਸ ਇਹ ਵੀ ਹੈ ਜਹ ਬੈਠੇ ਉਹ ਸੁੰਦਰ ਅਵਨੀ, ਕਿ ਸੱਚੇ ਪਾਤਸ਼ਾਹ ਜਿਸ ਧਰਤੀ ਦੇ ਉੱਪਰ ਜਿਸ ਜਗ੍ਹਾ ਤੇ ਤੁਸੀਂ ਆ ਕੇ ਆਪਣੇ ਡੇਰੇ ਲਗਾਏ ਹੋਏ ਹਨ ਨਾ, ਇਸ ਧਰਤੀ ਦੀ ਮਾਲਕੀ ਮੈਂ ਕਰਦਾ ਹਾਂ ਔਰ ਆਪ ਜੀਆਂ ਦੇ ਚਰਨਾਂ ਦੇ ਵਿੱਚ ਇਹ ਜ਼ਮੀਨ ਮੈਂ ਭੇਟਾ ਕਰ ਰਿਹਾ ਹਾਂ। ਲੈ ਧਰਮਸ਼ਾਲਾ ਕੀਜੈ ਰਵਨੀ, ਸੱਚੇ ਪਾਤਸ਼ਾਹ ਮੇਰੀ ਬੇਨਤੀ ਮੰਨ ਕੇ ਮੇਰੀ ਇਹ ਭੇਟਾ ਪ੍ਰਵਾਨ ਕਰੋ ਕਿ ਇਹ ਜ਼ਮੀਨ ਇਹ ਧਰਤੀ ਤੁਸੀਂ ਲਵੋ ਤੇ ਇਸ ਸਥਾਨ ਤੇ ਸੋਹਣੀ ਧਰਮਸ਼ਾਲਾ ਸੋਹਣਾ ਗੁਰੂ ਕਾ ਸਥਾਨ ਬਣਾ ਲਵੋ। ਆਪਣੋ ਗ੍ਰਾਮ ਬਸਾਏ ਨਿਰਾਰਾ, ਔਰ ਆਪ ਜੀ ਕਿਰਪਾ ਕਰਕੇ ਇਸੇ ਜਗ੍ਹਾ ਤੇ ਆਪਣਾ ਸੋਹਣਾ ਨਗਰ ਵਸਾ ਲਵੋ। ਸਿੱਖ ਸੰਤਨ ਕੋ ਦਿਓ ਆਹਾਰਾ, ਸਿੱਖ ਸੰਗਤਾਂ ਦੇ ਵਾਸਤੇ ਜਿਵੇਂ ਇੱਥੇ ਖੋਲ੍ਹਿਆ ਸਥਾਨ ਤੇ ਜੰਗਲ ਬੀਹਾਵਾਨਾ ਦੇ ਵਿੱਚ ਬੜੇ ਲੰਗਰ ਚੱਲ ਰਹੇ ਹਨ, ਬੜੀਆਂ ਸਿੱਖ ਸੰਗਤਾਂ ਦੀ ਆਵਾਜਾਈ ਰਹਿੰਦੀ ਹੈ, ਭੀੜ ਲੱਗੀ ਰਹਿੰਦੀ ਹੈ, ਇਹਨਾਂ ਦੇ ਵਾਸਤੇ ਵੀ ਸੋਹਣਾ ਸਥਾਨ ਤਿਆਰ ਕੀਤਾ ਜਾਵੇ। ਇਹ ਜਗ੍ਹਾ ਇਹ ਸਥਾਨ ਉਹ ਸੀ ਜਿਸ ਸਥਾਨ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਡੇਰੇ ਲਗਾਏ ਸੀ ਨਾ, ਜੋ ਅੱਜ ਸ੍ਰੀ ਕਰਤਾਰਪੁਰ ਸਾਹਿਬ ਵਸਿਆ ਹੋਇਆ ਹੈ ਅਤੇ ਸਤਿਗੁਰੂ ਮਹਾਰਾਜ ਜੀਆਂ ਦੀ ਯਾਦ ਦੇ ਵਿੱਚ ਸੋਹਣਾ ਅਸਥਾਨ ਉੱਥੇ ਪਾਕਿਸਤਾਨ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਹੈ। ਉਹ ਅਸਥਾਨ ਸੀ ਜਿੱਥੇ ਕਿਸੇ ਸਮੇਂ ਸਤਿਗੁਰਾਂ ਨੇ ਜੰਗਲਾਂ ਦੇ ਵਿੱਚ ਹੀ ਡੇਰੇ ਲਾਏ ਹੋਏ ਸਨ। ਤਾਂ ਇਸ ਕਰੋੜੀਏ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਸ ਜਗ੍ਹਾ ਦੀ ਮਾਲਕੀ ਮੈਂ ਕਰਦਾ ਹਾਂ, ਮੇਰੀ ਬੇਨਤੀ ਨੂੰ ਮੰਨ ਕੇ ਮੇਰੀ ਇਹ ਭੇਟਾ ਪ੍ਰਵਾਨ ਕਰੋ ਕਿ ਇਹ ਮੈਂ ਜਗ੍ਹਾ ਆਪ ਜੀਆਂ ਦੇ ਨਾਮ ਤੇ ਕਰਦਾ ਹਾਂ। ਆਪ ਜੀ ਸੋਹਣਾ ਨਗਰ ਵਸਾਵੋ ਔਰ ਸੋਹਣੀ ਧਰਮਸ਼ਾਲਾ ਆਪ ਜੀਆਂ ਦੀ ਹੋਣੀ ਚਾਹੀਦੀ ਹੈ। ਆਪਨ ਨਾਮ ਪਰ ਨਾਮ ਤਰੀਜੈ, ਫਿਰ ਜਿਹੜਾ ਇੱਥੇ ਨਗਰ ਵਸਾਇਆ ਜਾਵੇਗਾ ਇਸ ਨਗਰ ਦਾ ਵੀ ਨਾਮ ਮੈਂ ਚਾਹੁੰਦਾ ਹਾਂ ਕਿ ਸੱਚੇ ਪਾਤਸ਼ਾਹ ਆਪ ਜੀਆਂ ਦੇ ਨਾਮ ਤੇ ਹੀ ਹੋਣਾ ਚਾਹੀਦਾ ਹੈ। ਭੇਟ ਲਿਓ ਕਿਰਤਾਰਥ ਕੀਜੈ, ਮੇਰੀ ਵੀ ਤੁਸ਼ ਜਿਹੀ ਹੈ ਭੇਟਾ ਪ੍ਰਵਾਨ ਕਰੋ, ਮੈਨੂੰ ਵੀ ਕਰਤਾਰਥ ਕਰੋ, ਮੈਨੂੰ ਵੀ ਨਿਹਾਲ ਕਰ ਦੇਵੋ। ਗੁਰ ਕਹੇ ਜੇ ਭਾਵ ਅਸ ਮਨ ਮਾਹੀ, ਸਤਿਗੁਰਾਂ ਨੇ ਬਚਨ ਕੀਤਾ ਕਰੋੜੀਆ ਜੇਕਰ ਤੇਰੇ ਮਨ ਦੇ ਵਿੱਚ ਤੇਰੇ ਹਿਰਦੇ ਦੇ ਵਿੱਚ ਇਹੋ ਜਿਹਾ ਭਾਉ ਇਹੋ ਜਿਹਾ ਪ੍ਰੇਮ ਇਹੋ ਜਿਹੀ ਸ਼ਰਧਾ ਉਤਪੰਨ ਹੋ ਗਈ ਹੈ, ਕਰੋ ਸੇਵ ਵਰਜਤ ਕੋ ਨਾਹੀ, ਤੇ ਤੂੰ ਇਹ ਸੇਵਾ ਕਰਨੀ ਚਾਹੁੰਦਾ ਹੈ ਤੇ ਤੈਨੂੰ ਕੋਈ ਵੀ ਰੋਕ ਟੋਕ ਨਹੀਂ ਹੈ। ਤੂੰ ਸਿੱਖ ਸੰਗਤਾਂ ਦੀ ਇਸ ਤਰ੍ਹਾਂ ਵੀ ਸੇਵਾ ਕਰ ਸਕਦਾ ਹੈ। ਸਤ ਸੰਗਤ ਕੋ ਹਵੈ ਵਿਸਰਾਮਾ, ਜੇਕਰ ਇਸ ਤਰ੍ਹਾਂ ਦਾ ਸਥਾਨ ਬਣ ਗਿਆ ਤੇ ਸਿੱਖ ਸੰਗਤਾਂ ਦੇ ਵਾਸਤੇ ਵੀ ਬੜੀ ਸਹੂਲਤ ਹੋ ਜਾਵੇਗੀ। ਮਿਲ ਕਰ ਸਿਮਰਹਿੰਗੇ ਹਰ ਨਾਮਾ, ਔਰ ਸਭ ਸਿੱਖ ਸੰਗਤਾਂ ਇੱਥੇ ਭਾਰੀ ਗਿਣਤੀ 'ਚ ਇਕੱਠੀਆਂ ਹੋਇਆ ਕਰਨਗੀਆਂ ਅਤੇ ਉਸ ਨਿਰੰਕਾਰ ਪਰਮੇਸ਼ਵਰ ਦਾ ਨਾਮ ਵਾਹਿਗੁਰੂ ਦਾ ਜਾਪ ਕਰਿਆ ਕਰਨਗੇ। ਤਬ ਖਤਰੀ ਨਿਜ ਮਨੁਜ ਪਠਾਏ, ਉਸ ਕਰੋੜੀਏ ਖੱਤਰੀ ਨੇ ਜਦ ਸਤਿਗੁਰਾਂ ਦੇ ਇਸ ਤਰ੍ਹਾਂ ਦੇ ਬਚਨ ਸੁਣੇ ਤੇ ਬੜਾ ਪ੍ਰਸੰਨ ਹੋ ਜਾਂਦਾ ਹੈ, ਬੜਾ ਖੁਸ਼ ਹੋ ਜਾਂਦਾ ਹੈ। ਇਸ ਦੇ ਆਦਮੀ ਜੋ ਬਹੁਤ ਸਾਰੇ ਇਸ ਦੇ ਨਾਲ ਆਏ ਸੀ ਉਹਨਾਂ ਦੇ ਵਿੱਚੋਂ ਕੁਝ ਕੁ ਆਦਮੀਆਂ ਨੂੰ ਭੇਜ ਦਿੰਦਾ ਹੈ ਘਰ ਕੇ ਕਰਨਹਾਰ ਬੁਲਵਾਏ, ਕਿ ਛੇਤੀ ਦੇ ਨਾਲ ਇਉਂ ਕਰੋ ਕਿ ਰਾਜ ਮਿਸਤਰੀਆਂ ਨੂੰ ਇੱਥੇ ਲੈ ਕੇ ਆਵੋ। ਹੋਰ ਜਿੰਨਾ ਵੀ ਇਮਾਰਤਾਂ ਬਣਾਉਣ ਦੇ ਵਾਸਤੇ ਮਕਾਨ ਬਣਾਉਣ ਦੇ ਵਾਸਤੇ ਸਾਜੋ ਸਮਾਨ ਦੀ ਲੋੜ ਹੈ, ਵਸਤੂਆਂ ਦੀ ਲੋੜ ਹੈ, ਉਹ ਵੀ ਛੇਤੀ ਦੇ ਨਾਲ ਹਾਜ਼ਰ ਕੀਤੀਆਂ ਜਾਣ। ਤਹਿ ਠਾ ਤੂਰਨ ਕੀਨ ਤਿਆਰੀ, ਤਾਂ ਉਸ ਦੇ ਆਦਮੀ ਬਹੁਤ ਸਾਰੇ ਚਲੇ ਜਾਂਦੇ ਹਨ। ਜਦ ਜਾ ਕੇ ਰਾਜ ਮਿਸਤਰੀਆਂ ਨੂੰ ਵੀ ਲੈ ਕੇ ਆਉਂਦੇ ਹਨ ਅਤੇ ਹੋਰ ਵੀ ਮਕਾਨ ਆਦਿ ਬਣਾਉਣ ਦੇ ਵਾਸਤੇ ਜਿਨ੍ਹਾਂ ਜਿਨ੍ਹਾਂ ਚੀਜ਼ਾਂ ਦੀ ਵਸਤੂਆਂ ਦੀ ਲੋੜ ਸੀ
ਸਾਰਾ ਸਾਜੋ ਸਮਾਨ ਇਸ ਅਸਥਾਨ ਤੇ ਹਾਜ਼ਰ ਕਰਦੇ ਹਨ। ਆਨ ਵਸਾਏ ਬਹੁ ਨਰ ਨਾਰੀ। ਤਾਂ ਇਸ ਅਸਥਾਨ ਤੇ ਕੰਮ ਸ਼ੁਰੂ ਕਰ ਦਿੱਤਾ ਸਤਿਗੁਰਾਂ ਦਾ ਬਚਨ ਪਾ ਕੇ। ਥੋੜੇ ਸਮੇਂ ਦੇ ਵਿੱਚ ਹੀ, ਥੋੜੇ ਦਿਨਾਂ ਦੇ ਵਿੱਚ ਹੀ ਇਸ ਅਸਥਾਨ ਤੇ ਤਿਆਰੀ ਕੀਤੀ ਗਈ। ਕੁਝ ਕੁ ਮਕਾਨ, ਕੁਝ ਕੁ ਇਸ ਤਰ੍ਹਾਂ ਦੇ ਨਾਲ ਮਕਾਨ ਬਣਾ ਕੇ ਤਿਆਰ ਕਰ ਦਿੱਤੇ ਗਏ। ਸ੍ਰੀ ਕਰਤਾਰਪੁਰਾ ਧਰ ਨਾਮੋ। ਜਦ ਇਸ ਅਸਥਾਨ ਤੇ ਸੋਹਣੇ ਮਕਾਨ ਬਣਾਏ ਗਏ, ਸਤਿਗੁਰਾਂ ਦੇ ਲਈ ਧਰਮਸ਼ਾਲਾ ਵੀ ਤਿਆਰ ਕੀਤੀ ਗਈ, ਤਾਂ ਹੋਰ ਵੀ ਜਦ ਸਾਰਾ ਨਗਰ ਵਸ ਜਾਂਦਾ ਹੈ, ਨਗਰ ਵਸ ਕੇ ਤਿਆਰ ਹੋ ਜਾਂਦਾ ਹੈ, ਤਾਂ ਇਸ ਕਰੋੜੀਏ ਨੇ ਸਤਿਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀਆਂ ਦੀ ਕਿਰਪਾ ਦੇ ਨਾਲ ਸੋਹਣਾ ਨਗਰ ਵਸਾਇਆ ਗਿਆ ਹੈ। ਸੋਹਣੀ ਧਰਮਸ਼ਾਲਾ ਵੀ ਸਿੱਖ ਸੰਗਤਾਂ ਦੇ ਲਈ ਤਿਆਰ ਕਰ ਦਿੱਤੀ ਗਈ ਹੈ। ਹੁਣ ਆਪ ਜੀ ਕਿਰਪਾ ਕਰਕੇ ਇਸ ਨਗਰ ਦਾ ਨਾਮ ਰੱਖੋ। ਮੈਂ ਚਾਹੁੰਦਾ ਹਾਂ ਕਿ ਇਸ ਨਗਰ ਦਾ ਨਾਮ ਆਪ ਜੀਆਂ ਦੇ ਨਾਮ ਤੇ ਹੀ ਹੋਣਾ ਚਾਹੀਦਾ ਹੈ। ਆਪ ਜੀਆਂ ਦੀ ਕਿਰਪਾ ਦੇ ਨਾਲ ਹੀ ਇਹ ਨਗਰ ਵਸਾਇਆ ਗਿਆ ਹੈ। ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਬਚਨ ਕੀਤਾ ਕਿ ਭਾਈ ਉਸ ਪਰਮੇਸ਼ਵਰ ਦੇ, ਉਸ ਕਰਤਾਰ ਦੇ ਹੱਥ ਵਸ ਹੈ ਸਭ ਕੁਝ। ਸਭ ਕੁਝ ਉਸ ਕਰਤਾਰ ਦੇ ਕੀਤਿਆਂ ਹੀ ਹੋ ਰਿਹਾ ਹੈ, ਔਰ ਉਸ ਕਰਤਾਰ ਦੀ ਕਿਰਪਾ ਦੇ ਨਾਲ ਹੀ ਇਹ ਨਗਰ ਵਸਿਆ ਹੈ। ਉਸ ਪ੍ਰਭੂ ਦੀ ਕਿਰਪਾ ਦੇ ਨਾਲ, ਉਸ ਕਰਤਾਰ ਦੀ ਕਿਰਪਾ ਦੇ ਨਾਲ ਹੀ ਨਗਰ ਵਸਿਆ ਹੈ। ਇਸ ਕਰਕੇ ਉਸ ਕਰਤਾਰ ਦੇ ਨਾਮ ਤੇ ਹੀ ਇਹ ਨਗਰ ਵਸਾਇਆ ਜਾਵੇਗਾ ਤੇ ਇਸ ਨਗਰ ਦਾ ਨਾਮ ਰੱਖਿਆ ਜਾਵੇਗਾ। ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਆਪਣੇ ਮੁਖਾਰ ਵਿੰਦ ਤੋਂ ਇਸ ਨਗਰੀ ਦਾ ਨਾਮ ਵੀ ਕਰਤਾਰਪੁਰ ਰੱਖ ਦਿੱਤਾ। ਧਰਮਸਾਲ ਇੱਕ ਰਜ ਅਬਰਾਮੋ। ਬੜੀ ਸੋਹਣੀ ਇੱਕ ਧਰਮਸ਼ਾਲਾ ਸਿੱਖ ਸੰਗਤਾਂ ਦੇ ਲਈ ਬਣਾਈ ਗਈ ਸੀ। ਕਰ ਬਿਨਤੀ ਸਤਿਗੁਰ ਅਗਾਰੀ। ਤਾਂ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ। ਲੈ ਕਰ ਗਮਨਿਓ ਤਾਏ ਮਝਾਰੀ। ਸੋਹਣੀ ਧਰਮਸ਼ਾਲਾ ਤਿਆਰ ਕਰਕੇ ਹੁਣ ਸਤਿਗੁਰੂ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਇਸ ਧਰਮਸ਼ਾਲਾ ਦੇ ਵਿੱਚ ਚਰਨ ਪਾ ਕੇ ਇਸ ਨੂੰ ਪਵਿੱਤਰ ਕਰ ਦੇਵੋ। ਬਹੁਤ ਸੁੰਦਰ ਪਰ ਅੰਕ ਦਸਾਇਓ। ਜਿਹੜੀ ਸੋਹਣੀ ਧਰਮਸ਼ਾਲਾ ਤਿਆਰ ਕੀਤੀ, ਸੋਹਣੇ ਮਕਾਨ ਇਸ ਦੇ ਵਿੱਚ ਬਣਾ ਦਿੱਤੇ, ਤੇ ਇੱਕ ਮਕਾਨ, ਇੱਕ ਕਮਰੇ ਦੇ ਵਿੱਚ ਪੂਰੀ ਤਿਆਰੀ ਕਰਕੇ ਇਸਨੇ ਇੱਕ ਬੜਾ ਸੋਹਣਾ ਉਸ ਸਥਾਨ ਤੇ ਬਿਸਤਰਾ ਵਿਛਾ ਕੇ ਇੱਕ ਬੈੱਡ ਤਿਆਰ ਕਰ ਦਿੱਤਾ। ਤਾਂ ਇਸ ਤਰ੍ਹਾਂ ਜਦ ਸਤਿਗੁਰਾਂ ਦੇ ਲਈ ਆਸਨ ਤਿਆਰ ਕਰ ਦਿੱਤਾ, ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀ ਕਿਰਪਾ ਕਰਕੇ ਇੱਥੇ ਨਿਵਾਸ ਕਰੋ। ਉਪਰ ਰੁਚਰ ਵਿਛੋਨਾ ਛਾਇਓ। ਸੋਹਣੇ ਪਲੰਘੇ ਦੇ ਉੱਪਰ ਸੋਹਣਾ ਬਿਸਤਰਾ ਵਿਛਾ ਕੇ ਸਤਿਗੁਰਾਂ ਨੂੰ ਬੇਨਤੀ ਕਰਦਾ ਹੈ। ਤਹਾਂ ਬਿਠਾਏ ਭਾਵ ਕਰ ਭਾਰੀ। ਬੇਨਤੀ ਕਰਕੇ ਸਤਿਗੁਰੂ ਮਹਾਰਾਜ ਜੀਆਂ ਨੂੰ ਉਸ ਅਸਥਾਨ ਤੇ ਬਿਰਾਜਮਾਨ ਕੀਤਾ। ਸਤਿਗੁਰੂ ਮਹਾਰਾਜ ਇਸ ਸੋਹਣੇ ਪਲੰਘੇ ਦੇ ਉੱਪਰ ਆ ਕੇ ਬਿਰਾਜਮਾਨ ਹੋਏ। ਦੀਪ ਜਗਾਏ ਆਰਤੀ ਉਤਾਰੀ। ਫਿਰ ਬੜੀ ਭਾਵਨਾ ਦੇ ਨਾਲ, ਬੜੀ ਸ਼ਰਧਾ ਦੇ ਨਾਲ ਸਿੱਖ ਸੰਗਤਾਂ ਦੇ ਵਿੱਚ ਮਿਲ ਕੇ ਇਸ ਕਰੋੜੀਏ ਖੱਤਰੀ ਨੇ ਗੁਰੂ ਮਹਾਰਾਜ ਜੀਆਂ ਦੀ ਆਰਤੀ ਉਤਾਰੀ, ਆਰਤੀ ਕੀਤੀ। ਜੈ ਜੈ ਗੁਰ ਭਗਤਨ ਸੁਖਕਾਰੀ। ਗੁਰੂ ਮਹਾਰਾਜ ਜੀਆਂ ਦਾ ਜਸ ਜਿੱਥੇ ਸਾਰੀਆਂ ਸਿੱਖ ਸੰਗਤਾਂ ਕਰ ਰਹੀਆਂ ਸਨ, ਇਹ ਕਰੋੜੀਆ ਖੱਤਰੀ ਇਹ ਵੀ ਗੁਰੂ ਮਹਾਰਾਜ ਜੀਆਂ ਦਾ ਜਸ ਕਰ ਰਿਹਾ ਹੈ। ਅਸੁਰ ਸੰਹਾਰਨ ਵੇਦ ਉਬਾਰੀ। ਤਾਂ ਗੁਰੂ ਮਹਾਰਾਜ ਜੀਆਂ ਦੀ ਆਰਤੀ ਉਤਾਰੀ। ਜਿੱਥੇ ਸਿੱਖ ਸੰਗਤਾਂ ਗੁਰੂ ਮਹਾਰਾਜ ਜੀਆਂ ਦੇ ਚਰਨਾਂ ਨੂੰ ਮਨਾਉਂਦੇ ਸਨ, ਚਰਨਾਂ ਦੀ ਪੂਜਾ ਕਰਦੇ ਸਨ, ਉੱਥੇ ਇਹ ਕਰੋੜੀਆ, ਜਿਸ ਨੂੰ ਕਰੋੜੀਆ ਖੱਤਰੀ ਜਾਂ ਕਰੋੜੀਆ ਕਿਹਾ ਜਾਂਦਾ ਸੀ, ਅੱਜ ਸਿੱਖ ਸੰਗਤਾਂ ਦੇ ਵਿੱਚ ਮਿਲ ਕੇ ਗੁਰੂ ਕਾ ਸਿੱਖ ਹੋਇਆ ਤੇ ਇਸ ਨੂੰ ਭਾਈ ਕਰੋੜੀਆ ਆਖਿਆ ਜਾਣ ਲੱਗਿਆ। ਤਾਂ ਇਹ ਭਾਈ ਕਰੋੜੀਆ ਗੁਰੂ ਮਹਾਰਾਜ ਜੀਆਂ ਦਾ ਜਸ ਕਰਦਾ ਹੈ, ਆਰਤੀ ਕਰਦਾ ਹੈ ਕਿ ਆਪ ਜੀਆਂ ਦਾ ਜਸ ਚਾਰੇ ਵਰਨਾਂ ਦੇ ਵਿੱਚ ਅਤੇ ਲੋਕ ਪਰਲੋਕ ਦੇ ਵਿੱਚ ਇਉਂ ਹੋ ਰਿਹਾ ਹੈ। ਰਾਵਣ ਮਰਦਨ ਕੰਸ ਕੋ ਛੇਦਨ। ਫੇਰ ਬੇਨਤੀਆਂ ਕਰਦਾ ਹੈ, ਜਸ ਕਰਦਾ ਹੈ ਕਿ ਸੱਚੇ ਪਾਤਸ਼ਾਹ ਆਪ ਜੀਆਂ ਨੇ ਪਹਿਲੇ ਵੀ ਬਹੁਤ ਸਾਰੇ ਅਵਤਾਰ ਇਸ ਧਰਤੀ ਦੇ ਉੱਪਰ, ਇਸ ਦੁਨੀਆ ਦੇ ਉੱਪਰ ਭੇਜੇ ਕਿ ਜਿਨ੍ਹਾਂ ਨੇ ਇਸ ਦੁਨੀਆ ਦਾ ਭਲਾ ਕੀਤਾ, ਕਿ ਜਿਸ ਤਰ੍ਹਾਂ ਰਾਵਣ ਨੂੰ ਮਾਰਨ ਦੇ ਵਾਸਤੇ, ਇਸ ਨੂੰ ਖਤਮ ਕਰਨ ਦੇ ਵਾਸਤੇ ਭਗਵਾਨ ਸ਼੍ਰੀ ਰਾਮ ਚੰਦਰ ਜੀ
ਅਰ 14 ਕਲਾ ਉਸ ਭਗਵਾਨ ਦਾ ਅਵਤਾਰ ਹੋਏ ਹਨ। ਅਰ ਉਹਨਾਂ ਨੇ ਰਾਵਣ ਨੂੰ ਖਤਮ ਕੀਤਾ, ਪਾਪੀਆਂ ਨੂੰ ਦੰਡ ਦਿੱਤਾ ਅਤੇ ਭਗਤਾਂ ਦੀ ਰੱਖਿਆ ਕੀਤੀ ਸੀ। ਕੰਸ ਕੋ ਛੇਦਨ, ਕੰਸ ਨੂੰ ਖਤਮ ਕਰਨ ਦੇ ਵਾਸਤੇ ਭਗਵਾਨ ਕ੍ਰਿਸ਼ਨ ਜੀ ਇਸ ਧਰਤੀ ਤੇ ਆਏ। ਤੂੰ ਨਰਸਿੰਘ ਬਾਲੀ ਉਰ ਭੇਦਨ, ਬਾਲੀ ਨੂੰ ਖਤਮ ਕਰਨ ਦੇ ਵਾਸਤੇ ਰਾਮਚੰਦਰ ਜੀ ਆਏ ਸਨ। ਮੈਂ ਖਲ ਬਹੁਤ ਖਤਾ ਤੁਮ ਕੀਨੀ। ਤਾਂ ਕਹਿਣ ਲੱਗਿਆ ਆਪ ਜੀਆਂ ਨੇ ਐਡੇ ਐਡੇ ਅਵਤਾਰ ਇਸ ਧਰਤੀ ਤੇ ਭੇਜੇ, ਜਿਨ੍ਹਾਂ ਅਵਤਾਰਾਂ ਦੀ ਬਾਬਤ ਵੱਡੇ ਸੰਤ ਜੀ ਮਹਾਰਾਜ ਧੰਨ ਧੰਨ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਜੀਆਂ ਦੇ ਬਚਨ ਹਨ ਕਿ ਅਵਤਾਰ 6 ਪ੍ਰਕਾਰ ਦੇ ਹੋਇਆ ਕਰਦੇ ਹਨ। 6 ਤਰ੍ਹਾਂ ਦੇ ਅਵਤਾਰ ਮੰਨੇ ਗਏ ਹਨ, ਜਿਨ੍ਹਾਂ ਦੇ ਵਿੱਚੋਂ ਅੰਸਾ ਅਵਤਾਰ, ਅਵੇਸਾ ਅਵਤਾਰ, ਅੰਸਾ ਅਵਤਾਰ, ਅਵੇਸਾ ਅਵਤਾਰ, ਕਲਾ ਅਵਤਾਰ, ਪੂਰਨ ਅਵਤਾਰ, ਪੂਰਨਤਮ ਅਵਤਾਰ ਇਤਿਆਦਿ ਕੇ ਅਵਤਾਰ ਮੰਨੇ ਜਾਂਦੇ ਹਨ। ਤਾਂ ਜੋ ਹੁੰਦੇ ਹਨ ਨਾ ਨਿੱਤ ਅਵਤਾਰ, ਨਿੱਤ ਅਵਤਾਰ ਕਹਿੰਦੇ ਰੱਬ ਦੇ ਸੰਤਾਂ ਭਗਤਾਂ ਨੂੰ ਕਹਿੰਦੇ ਹਨ। ਸੰਤ ਜੀ ਮਹਾਰਾਜ ਜੀਆਂ ਦੇ ਬਚਨ ਕਿ ਜੋ ਨਿੱਤ ਹੀ ਇਸ ਮਾਤ ਲੋਕ ਤੇ ਧਰਤੀ ਤੇ ਸਾਧੂ ਸੰਤਾਂ ਦੇ ਰੂਪ ਦੇ ਵਿੱਚ ਪਰਮੇਸ਼ਵਰ ਰਹਿੰਦਾ ਹੈ, ਕਿਸੇ ਨਾ ਕਿਸੇ ਰੂਪ ਦੇ ਵਿੱਚ, ਤੇ ਉਹਨਾਂ ਨੂੰ ਨਿੱਤ ਅਵਤਾਰ ਕਿਹਾ ਜਾਂਦਾ ਹੈ। ਨਮਿੱਤ ਅਵਤਾਰ ਉਹ ਹੁੰਦੇ ਹਨ ਜੋ ਕਿਸੇ ਨਮਿੱਤ ਨੂੰ ਲੈ ਕੇ ਇਸ ਧਰਤੀ ਤੇ ਪ੍ਰਗਟ ਹੁੰਦੇ ਹਨ। ਜਿਸ ਤਰ੍ਹਾਂ ਕਹਿਣ ਲੱਗੇ ਕਿ ਰਾਮਚੰਦਰ ਜੀ ਇਹਨਾਂ ਦਾ ਮੁੱਖ ਕਾਰਨ ਸੀ ਕਿ ਦੁਸ਼ਟਤਾਈ ਨੂੰ ਖਤਮ ਕਰਨਾ, ਰਾਵਣ ਆਦਿ ਨੂੰ ਮਾਰਨਾ, ਦੈਂਤਾ ਆਦਿ ਨੂੰ ਮਾਰਨਾ, ਔਰ ਦੁਨੀਆ ਦੇ ਵਿੱਚ ਧਰਮ ਨੂੰ ਦ੍ਰਿੜ ਕਰਨਾ। ਤੇ ਇਸੇ ਤਰ੍ਹਾਂ ਭਗਵਾਨ ਕ੍ਰਿਸ਼ਨ ਜੀ ਹੋਏ ਹਨ, ਉਹ ਵੀ ਨਮਿੱਤ ਅਵਤਾਰ ਹੋਏ ਹਨ। ਤਾਂ ਜਿਸ ਤਰ੍ਹਾਂ ਕਿ ਪ੍ਰਹਿਲਾਦ ਦੀ ਰੱਖਿਆ ਦੇ ਵਾਸਤੇ ਹਰਨਾਕਸ਼ ਨੇ ਪ੍ਰਗਟ ਹੋਣਾ, ਉਹ ਵੀ ਨਮਿੱਤ ਅਵਤਾਰ ਮੰਨੇ ਗਏ ਹਨ, ਕਿਸੇ ਨਮਿੱਤ ਨੂੰ ਲੈ ਕੇ ਆਉਂਦੇ ਹਨ। ਪੂਰਨ ਅਵਤਾਰ ਤੇ ਪੂਰਨਤਮ ਅਵਤਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਹੀ ਹੋਏ ਹਨ, ਜੋ ਸਾਰੀਆਂ ਕਲਾ ਨੂੰ ਰੱਖਣ ਵਾਲੇ ਸਨ, ਸਰਬ ਕਲਾ ਸਮਰੱਥ ਸਨ, ਸਰਵੱਗ ਸਨ। ਉਹ ਕੇਵਲ ਤੇ ਕੇਵਲ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਹੀ ਹੋਏ ਹਨ, ਜਿਨ੍ਹਾਂ ਨੇ ਪਤਾ ਨਹੀਂ ਕਿੰਨੀ ਦੁਨੀਆ ਦਾ, ਕਿੰਨੇ ਜੀਵਾਂ ਦਾ ਉਧਾਰ ਕੀਤਾ। ਜੋ ਸਤਿਗੁਰਾਂ ਦੀ ਬਾਬਤ ਕਿਹਾ ਜਾਂਦਾ ਹੈ ਕਿ ਤਾਰੇ ਗਣੇ ਜਾਤ ਹੈ, ਨਾ ਤਾਰੇ ਗਣੇ ਜਾਤ ਹੈ, ਕਿ ਕੋਈ ਸਾਇੰਟਿਸਟ, ਕੋਈ ਵਿਗਿਆਨਕ ਆਕਾਸ਼ ਦੇ ਤਾਰਿਆਂ ਦੀ ਤੇ ਭਾਵੇਂ ਗਿਣਤੀ ਕਰ ਲਵੇ, ਪਹਿਲੀ ਗੱਲ ਤੇ ਉਹ ਵੀ ਗਿਣਤੀ ਤੋਂ ਪਰੇ ਹਨ, ਉਹਨਾਂ ਦੀ ਤੇ ਭਾਵੇਂ ਕੋਈ ਸਾਇੰਟਿਸਟ ਗਿਣਤੀ ਕਰ ਲਵੇ, ਪਰ ਜੋ ਗੁਰੂ ਨਾਨਕ ਸਾਹਿਬ ਜੀਆਂ ਨੇ ਤਾਰ ਦਿੱਤੇ ਹਨ, ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਹੈ। ਤਾਂ ਪੂਰਨਤਮ ਅਵਤਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਧਰਤੀ ਤੇ ਪ੍ਰਗਟ ਹੋਏ ਹਨ। ਅੱਜ ਭਾਈ ਕਰੋੜੀਆ ਇਹ ਵੀ ਸਤਿਗੁਰੂ ਮਹਾਰਾਜਿਆਂ ਦਾ ਜਸ ਕਰਕੇ ਸਾਰੇ ਹੀ ਅਵਤਾਰਾਂ ਆਦਿ ਦੀ ਗਿਣਤੀ ਕਰਕੇ ਕਹਿ ਰਿਹਾ ਹੈ ਤਰਾਏ ਤਰਾਏ ਬਖਸ਼ੋ ਵਰਦੀਨੀ, ਕਿ ਸੱਚੇ ਪਾਤਸ਼ਾਹ ਆਪ ਜੀ ਸਮਰੱਥ ਪਿਤਾ ਹੋ, ਪਰਿਪੂਰਨ ਪਰਮੇਸ਼ਵਰ ਹੋ। ਮੈਂ ਆਪ ਜੀਆਂ ਦੀ ਸ਼ਰਨ ਦੇ ਵਿੱਚ ਹਾਂ, ਮੈਨੂੰ ਵੀ ਬਖਸ਼ ਲਵੋ। ਅਗ ਤਮ ਹਰਨ ਪਾਨ ਗੁਰ, ਅਰ ਅਗ ਤਮ ਹਰਨ ਜਾਣੇ, ਪਾਪਾਂ ਦੇ ਅੰਧੇਰੇ ਨੂੰ ਦੂਰ ਕਰਨ ਦੇ ਵਾਸਤੇ ਗੁਰੂ ਮਹਾਰਾਜ ਜੀ ਇੱਕ ਸੂਰਜ ਦੇ ਸਮਾਨ ਹਨ। ਨਾਮ ਸਲਲ ਤਿਨ ਕਰ ਮਨ ਚਖ, ਤਾਂ ਜਿਸ ਤਰ੍ਹਾਂ ਗੁਰੂ ਕੇ ਸਿੱਖ ਗੁਰਮੁਖ ਆਪਣੇ ਮਨ ਨੂੰ ਵਾਹਿਗੁਰੂ ਦੇ ਨਾਮ ਦੇ ਵਿੱਚ ਜੋੜ ਦਿੰਦੇ ਹਨ, ਜਿਸ ਤਰ੍ਹਾਂ ਮੱਛੀ ਜਾਂ ਮਗਰਮੱਛ ਕਹਿ ਲਵੋ, ਪਾਣੀ ਦੇ ਵਿੱਚ ਰਹਿੰਦਾ ਹੋਇਆ, ਜਲ ਦੇ ਵਿੱਚ ਰਹਿੰਦਾ ਹੋਇਆ ਬੜਾ ਆਨੰਦ ਮਾਣਦਾ ਹੈ, ਬੜਾ ਮਸਤ ਰਹਿੰਦਾ ਹੈ। ਉਸੇ ਤਰ੍ਹਾਂ ਗੁਰੂ ਕੇ ਸਿੱਖ ਗੁਰੂ ਕੀ ਬਾਣੀ ਅਤੇ ਨਾਮ ਦੇ ਵਿੱਚ ਬੜੇ ਮਸਤ ਰਹਿੰਦੇ ਹਨ। ਜਗ ਗੁਰ ਬਚਨ ਸੁਨੇ ਜਬ ਐਸੇ, ਗੁਰੂ ਮਹਾਰਾਜ ਜੀਆਂ ਨੇ ਜਦ ਇਸ ਤਰ੍ਹਾਂ ਦੇ ਬੇਨਤੀ ਦੇ ਵਚਨ ਇਸ ਭਾਈ ਕਰੋੜੀਏ ਦੇ ਪਾਸੋਂ ਸੁਣਨਾ ਕੀਤੇ, ਗਏ ਕਪਾਟ ਖੂਲ ਦਰ ਜੈਸੇ, ਤਾਂ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਇਸ ਦੇ ਉੱਪਰ ਵਿਸ਼ੇਸ਼ ਹੋ ਹੀ ਚੁੱਕੀ ਸੀ। ਹੁਣ ਸਤਿਗੁਰੂ ਮਹਾਰਾਜ ਜੀਆਂ ਨੇ ਐਸੀ ਰਹਿਮਤ ਕਰ ਦਿੱਤੀ ਕਿ ਨਾਮ ਦੀ ਦਾਤ ਇਸ ਨੂੰ ਬਖਸ਼ ਦਿੱਤੀ। ਨਾਮ ਦੀ ਦਾਤ ਬਖਸ਼ ਕੇ ਤੇ ਇਸ ਤਰ੍ਹਾਂ ਦਾ ਆਨੰਦ ਇਸ ਦੇ ਹਿਰਦੇ ਦੇ ਵਿੱਚ ਵੀ ਬੰਨ੍ਹ ਦਿੱਤਾ
ਕਿ ਇਸ ਦੇ ਵੀ ਕਪਾਟ ਇਉਂ ਖੁੱਲ ਜਾਂਦੇ ਹਨ। ਭਗਤ ਦਾਨ ਕਹਿ ਦੇ ਗੁਰ ਦੀਨੀ। ਤਾਂ ਜਦ ਇਸ ਨੇ ਬੇਨਤੀ ਕੀਤੀ ਭਗਤੀ ਦੇ ਵਾਸਤੇ, ਨਾਮ ਦੀ ਦਾਤ ਦੇ ਵਾਸਤੇ, ਤੇ ਸਤਿਗੁਰੂ ਮਹਾਰਾਜ ਜੀਆਂ ਨੇ ਐਸੀ ਕਿਰਪਾ ਕੀਤੀ ਕਿ ਨਾਮ ਦੀ ਦਾਤ ਇਸ ਨੂੰ ਬਖਸ਼ੀ ਅਤੇ ਇਸ ਦੇ ਹਿਰਦੇ ਦੇ ਵਿੱਚ ਨਾਮ ਦੀ ਰੋ ਇਉਂ ਚੱਲ ਪੈਂਦੀ ਹੈ ਜਿਵੇਂ ਚਸ਼ਮੇ ਦੇ ਵਿੱਚੋਂ ਪਾਣੀ ਨਿਕਲਦਾ ਹੈ। ਲੈ ਵਰ ਉਮੰਗ ਸੇਵਬੋ ਕੀਨੀ। ਤਾਂ ਇਹ ਅੱਜ ਕਰੋੜੀਆ ਵੀ ਨਿਹਾਲ ਹੋ ਜਾਂਦਾ ਹੈ, ਗੁਰੂ ਮਹਾਰਾਜ ਜੀਆਂ ਦੀ ਸੇਵਾ ਦੇ ਵਿੱਚ ਹੀ ਜੁਟ ਜਾਂਦਾ ਹੈ। ਇਸ ਪ੍ਰਕਾਰ ਕੀ ਸੇਵਾ ਕਰ ਕੇ। ਤਾਂ ਇਸ ਤਰ੍ਹਾਂ ਇਸ ਨੇ ਬੜੀ ਹੀ ਸੇਵਾ ਗੁਰੂ ਮਹਾਰਾਜ ਜੀਆਂ ਦੀ ਕਰਨਾ ਕੀਤੀ। ਰਹਿਓ ਕਿਤਕ ਦਿਨ ਪ੍ਰੇਮ ਸੋ ਧਰ ਕੇ। ਕਿੰਨੇ ਕਿੰਨੇ ਦਿਨ ਸਤਿਗੁਰੂ ਮਹਾਰਾਜ ਜੀਆਂ ਦੇ ਪਾਸ ਹੀ ਰਹਿੰਦਾ ਹੈ। ਇਸ ਸਥਾਨ ਤੇ ਸਿੱਖ ਸੰਗਤਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ। ਕੁਝ ਕੁ ਦਿਨ ਹੋਰ ਰਹਿ ਕੇ ਇਹ ਫਿਰ ਸਤਿਗੁਰਾਂ ਦੇ ਚਰਨਾਂ 'ਚ ਮੱਥਾ ਟੇਕ ਕੇ ਨਮਸਕਾਰ ਕਰਕੇ ਆਗਿਆ ਲੈ ਕੇ ਆਪਣੇ ਘਰ ਨੂੰ ਵਾਪਸ ਜਾਂਦਾ ਹੈ। ਲੈ ਰਜਾਏ ਪੁਨ ਗਇਓ ਲਾਹੌਰਾ। ਸਤਿਗੁਰਾਂ ਦੀ ਆਗਿਆ ਲੈ ਕੇ ਆਪਣੇ ਲਾਹੌਰ ਸ਼ਹਿਰ ਦੇ ਵਿੱਚ ਵਾਪਸ ਚਲਿਆ ਜਾਂਦਾ ਹੈ। ਪਸਰਿਓ ਜਸ ਵਿਸਾਲ ਚੌ ਔਰਾ। ਚਾਰੇ ਪਾਸੇ ਗੁਰੂ ਮਹਾਰਾਜ ਜੀਆਂ ਦਾ ਅਥਾਹ ਜਸ ਫੈਲ ਚੁੱਕਿਆ ਸੀ। ਜਹ ਜੈ ਸੁਨਹਿ ਸਿੱਖ ਸਭ ਆਮ ਹੈ। ਜਿੱਥੇ ਜਿੱਥੇ ਸਿੱਖ ਸੰਗਤਾਂ ਦੇ ਵਿੱਚ ਦੂਰ ਦਰੇਡੇ ਤੱਕ ਵੀ ਪਤਾ ਚੱਲਦਾ ਹੈ ਤਾਂ ਦਰਸ਼ਨ ਕਰਨ ਦੇ ਵਾਸਤੇ ਹੋਰ ਨਵੇਂ ਤੋਂ ਨਵੇਂ ਪ੍ਰੇਮੀ ਗੁਰਸਿੱਖਾ ਆਉਂਦੇ ਰਹਿੰਦੇ ਹਨ। ਰਹਿ ਨਿਕਟ ਸੇਵੇਂ ਸੁਖ ਪਾਮ ਹੈ। ਬਹੁਤ ਸਾਰੀਆਂ ਸਿੱਖ ਸੰਗਤਾਂ ਗੁਰੂ ਮਹਾਰਾਜ ਜੀਆਂ ਦੇ ਪਾਸ ਹੀ ਇਸ ਸਥਾਨ ਤੇ ਰਹਿੰਦੇ ਹਨ। ਬਹੁਤ ਸਾਰੇ ਆਉਂਦੇ ਜਾਂਦੇ ਰਹਿੰਦੇ ਹਨ। ਬਹੁਰ ਸੁਲਖਣੀ ਸਭ ਸੁਖ ਸਾਨੀ। ਤਾਂ ਇਸ ਤਰ੍ਹਾਂ ਇਹ ਕਰਤਾਰਪੁਰ ਨਗਰ ਵਸਾਇਆ ਗਿਆ। ਤਾਂ ਗੁਰੂ ਮਹਾਰਾਜ ਜੀਆਂ ਦੇ ਮਹਿਲ ਮਾਤਾ ਸੁਲੱਖਣੀ ਜੀ, ਜਿਨ੍ਹਾਂ ਦੇ ਉੱਪਰ ਵੀ ਸਤਿਗੁਰੂ ਮਹਾਰਾਜ ਜੀਆਂ ਦੀ ਅਥਾਹ ਕਿਰਪਾ ਹੋ ਚੁੱਕੀ ਸੀ, ਉਹ ਵੀ ਬੜੇ ਸੁੱਖਾਂ ਦੇ ਸਮੇਤ ਉਸੇ ਸਮੇਂ ਤੋਂ ਵਸ ਰਹੇ ਸਨ ਜਿਸ ਸਮੇਂ ਤੋਂ ਮਾਤਾ ਸੁਲੱਖਣੀ ਜੀਆਂ ਦੇ ਮਾਤਾ ਪਿਤਾ ਬਾਬਾ ਮੂਲ ਚੰਦ ਜੀ ਅਤੇ ਮਾਤਾ ਚੰਦੋ ਰਾਣੀ ਜੀ, ਜੋ ਦੁਨਿਆਵੀ ਰਿਸ਼ਤੇ ਦੇ ਤੌਰ ਤੇ ਗੁਰੂ ਮਹਾਰਾਜ ਜੀਆਂ ਦੇ ਸੱਸ ਅਤੇ ਸਹੁਰਾ ਲੱਗਦੇ ਸਨ, ਜਦ ਇਹਨਾਂ ਤੇ ਗੁਰੂ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਹੋ ਗਈ ਸੀ, ਇਹਨਾਂ ਨੂੰ ਨਾਮ ਦੀ ਦਾਤ ਅਤੇ ਗਿਆਨ ਦੀ ਦਾਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਬਖਸ਼ ਦਿੱਤੀ ਸੀ। ਉਸੇ ਸਮੇਂ ਤੋਂ ਹੁਣ ਮਾਤਾ ਸੁਲੱਖਣੀ ਜੀ ਇਹ ਵੀ ਬੜੇ ਆਨੰਦ ਦੇ ਸਹਿਤ ਹੋ ਗਏ ਸਨ, ਕਿਉਂਕਿ ਗਿਆਨ ਦੀ ਦਾਤ ਬਖਸ਼ ਦਿੱਤੀ ਬਾਬਾ ਮੂਲ ਚੰਦ ਜੀਆਂ ਨੂੰ, ਮਾਤਾ ਚੰਦੋ ਰਾਣੀ ਜੀਆਂ ਨੂੰ। ਤਾਂ ਉਸੇ ਥੋੜੇ ਹੀ ਦਿਨਾਂ ਤੋਂ ਬਾਅਦ ਦੋਨੋਂ ਜਾਣੇ ਬਾਬਾ ਮੂਲ ਚੰਦ ਜੀ, ਮਾਤਾ ਚੰਦੋ ਰਾਣੀ ਜੀ ਆਪਣੇ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ ਬੈਕੁੰਠਾਂ ਦੇ ਵਿੱਚ ਸੱਚਖੰਡ ਦਰਬਾਰ ਦੇ ਵਿੱਚ ਪਹੁੰਚ ਜਾਂਦੇ ਹਨ। ਤਾਂ ਮਾਤਾ ਸੁਲੱਖਣੀ ਜੀ ਇਹ ਵੀ ਗੁਰੂ ਮਹਾਰਾਜ ਜੀਆਂ ਦੀ ਆਗਿਆ ਦੇ ਵਿੱਚ ਹੀ ਬੜੇ ਸੁੱਖਾਂ ਦੇ ਸਮੇਤ ਰਹਿ ਰਹੇ ਸਨ। ਪਹਿਲੇ ਤੇ ਭਾਵੇਂ ਮਾਤਾ ਸੁਲੱਖਣੀ ਜੀ ਹਿਰਦੇ ਦੇ ਵਿੱਚੋਂ ਬੜੇ ਦੁਖੀ ਵੀ ਹੁੰਦੇ, ਕਿਉਂਕਿ ਸਤਿਗੁਰੂ ਮਹਾਰਾਜ ਆਪਣੇ ਘਰ-ਬਾਰ ਨੂੰ ਛੱਡ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਫਿਰਦੇ ਰਹਿੰਦੇ ਸੀ। ਇਹ ਇਸ ਤਰ੍ਹਾਂ ਦੇ ਨਾਲ ਬੋਲ ਕਬੋਲ ਮਾਤਾ ਸੁਲੱਖਣੀ ਜੀ ਵੀ ਬੋਲਦੇ ਰਹਿੰਦੇ ਸੀ ਕਿ ਇਹ ਨਹੀਂ ਪਤਾ ਸੀ ਕਿ ਜੀਵਾਂ ਦੇ ਭਲੇ ਦੇ ਲਈ ਸਤਿਗੁਰੂ ਆਏ ਹੋਏ ਹਨ। ਹੁਣ ਮਾਤਾ ਸੁਲੱਖਣੀ ਜੀਆਂ 'ਤੇ ਵੀ ਕਿਰਪਾ ਹੋਈ ਸੀ, ਇਹ ਵੀ ਬੜੇ ਸੁਖ ਆਨੰਦ ਦੇ ਨਾਲ ਰਹਿ ਰਹੇ ਸਨ। ਆਇਸ ਪਤ ਕੀ ਪਾਏ ਸਿਆਨੀ। ਤਾਂ ਫਿਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਸਿੱਖ ਭੇਜ ਕੇ ਇਹ ਮਾਤਾ ਸੁਲੱਖਣੀ ਜੀ ਜੋ ਸਤਿਗੁਰਾਂ ਦੇ ਮਹਿਲ ਸਨ, ਇਹਨਾਂ ਨੂੰ ਵੀ ਆਗਿਆ ਕੀਤੀ ਕਿ ਹੁਣ ਤੁਸੀਂ ਵੀ ਸਾਡੇ ਪਾਸ ਆ ਕੇ ਕਰਤਾਰਪੁਰ ਇਸੇ ਸਥਾਨ ਤੇ ਰਹਿਣਾ ਕਰੋ। ਦੋਨੋਂ ਸੁਤ ਲੈ ਕਰ ਨਿਜ ਸਾਥਾ। ਸਤਿਗੁਰਾਂ ਨੇ ਆਗਿਆ ਕੀਤੀ ਕਿ ਆਪਣੇ ਦੋਨੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਆ ਜਾਣ। ਆਈ ਚੱਲ ਸਮੀਪ ਜਗਨਾਥਾ। ਮਾਤਾ ਸੁਲੱਖਣੀ ਜੀ ਦੋਨੋਂ ਸਾਹਿਬਜ਼ਾਦੇ ਵੱਡੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਅਤੇ ਛੋਟੇ ਬਾਬਾ ਲਖਮੀ ਦਾਸ ਜੀ ਦੋਨੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਮਾਤਾ ਸੁਲੱਖਣੀ ਜੀ ਕਰਤਾਰਪੁਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ
ਚਰਨਾਂ ਦੇ ਵਿੱਚ ਪਹੁੰਚ ਜਾਂਦੇ ਹਨ। ਸੁੰਦਰ ਸਦਨ ਤਹਾ ਬਨਵਾਏ, ਜਿਸ ਅਸਥਾਨ ਤੇ ਸੋਹਣੇ ਮਕਾਨ ਤਿਆਰ ਕੀਤੇ ਗਏ ਸਨ, ਰਹਿਣ ਲੱਗੇ ਸੁਖ ਪੈ ਮਨ ਭਾਏ। ਸਤਿਗੁਰਾਂ ਦੇ ਮਹਿਲ ਮਾਤਾ ਸੁਲੱਖਣੀ ਜੀ ਅਤੇ ਸਤਿਗੁਰਾਂ ਦੇ ਸਾਹਿਬਜ਼ਾਦੇ ਵੱਡੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਅਤੇ ਛੋਟੇ ਬਾਬਾ ਲਖਮੀ ਦਾਸ ਜੀ, ਦੋਨੋਂ ਸਾਹਿਬਜ਼ਾਦੇ ਅਤੇ ਮਾਤਾ ਸੁਲੱਖਣੀ ਜੀ, ਇਹ ਵੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪਾਸ ਹੀ ਕਰਤਾਰਪੁਰ ਸਾਹਿਬ ਦੇ ਵਿੱਚ ਰਹਿਣ ਲੱਗ ਜਾਂਦੇ ਹਨ। ਜਿਸ ਅਸਥਾਨ 'ਤੇ ਹੋਰ ਵੀ ਬੜੇ ਸਿੱਖ ਸੰਗਤਾਂ ਸਤਿਗੁਰਾਂ ਦੇ ਪਾਸ ਰਹਿ ਵੀ ਰਹੇ ਸਨ ਅਤੇ ਜਾਣ ਵਾਲੀਆਂ ਸਿੱਖ ਸੰਗਤਾਂ ਦੀ ਭੀੜ ਵੀ ਲੱਗੀ ਰਹਿੰਦੀ ਸੀ। ਸਮੂਹ ਸਿੱਖ ਸੰਗਤਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਹੈ ਕਿ ਜੋ ਸਿੱਖ ਸੰਗਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸ਼ਮੇਸ਼ ਪਿਤਾ ਜੀਆਂ ਦੀ ਪਾਵਨ ਪਵਿੱਤਰ ਅਸਥਾਨ ਸ਼੍ਰੀ ਅਨੰਦਪੁਰ ਸਾਹਿਬ ਦੇ ਵੱਲ ਹੋਲੇ ਮਹੱਲੇ ਦੇ ਜੋੜ ਮੇਲੇ ਦੇ ਉੱਪਰ ਜਾ ਰਹੇ ਹਨ ਨਾ, ਤਾਂ ਸਭ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਸਿੱਖ ਸੰਗਤਾਂ ਭਾਵੇਂ ਸਵੇਰ ਤੋਂ ਹੀ ਸ਼੍ਰੀ ਅਨੰਦਪੁਰ ਸਾਹਿਬ ਦੇ ਵੱਲ ਰਵਾਨਾ ਹੁੰਦੇ ਹਨ। ਸਾਰੀਆਂ ਸਿੱਖ ਸੰਗਤਾਂ ਦੇ ਵਾਸਤੇ ਮਹਾਂਪੁਰਖਾਂ ਦੀ ਇਸ ਅਸਥਾਨ 'ਤੇ ਰਿਹਾਇਸ਼ ਆਦਿ ਦਾ ਤੇ ਸਾਰਾ ਪ੍ਰਬੰਧ ਹੈ ਹੀ। ਲੰਗਰ ਪਾਣੀ ਦਾ ਵੀ 24 ਘੰਟਿਆਂ ਦਾ ਪ੍ਰਬੰਧ ਮਹਾਂਪੁਰਖਾਂ ਦੇ ਵੱਲੋਂ ਹੈ। ਸਵੇਰੇ ਤੋਂ ਹੀ ਜੋ ਸਿੱਖ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਰਵਾਨਾ ਹੁੰਦੀਆਂ ਹਨ, ਉਹਨਾਂ ਦੇ ਵਾਸਤੇ ਧੰਨ ਧੰਨ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਜੀਆਂ ਦਾ ਤਪ ਅਸਥਾਨ ਭੋਰਾ ਸਾਹਿਬ ਸਵੇਰੇ 6:30 ਵਜੇ ਖੁੱਲ੍ਹ ਜਾਵੇਗਾ। ਭਾਵੇਂ ਸ਼੍ਰੀ ਭੋਰਾ ਸਾਹਿਬ ਖੁੱਲ੍ਹਣ ਦਾ ਸਮਾਂ 9:30 ਵਜੇ ਦਾ ਹੈ, ਪਰ ਸਿੱਖ ਸੰਗਤਾਂ ਦੀ ਆਵਾਜਾਈ ਨੂੰ ਦੇਖਦੇ ਹੋਏ ਭੋਰਾ ਸਾਹਿਬ ਸੰਤ ਮਹਾਰਾਜ ਜੀਆਂ ਦਾ ਤਪ ਅਸਥਾਨ ਸਵੇਰੇ 6:30 ਵਜੇ ਖੁੱਲ੍ਹ ਜਾਵੇਗਾ। ਜਿਨ੍ਹਾਂ ਸਿੱਖ ਸੰਗਤਾਂ ਨੇ ਦਰਸ਼ਨ ਕਰਨੇ ਹੋਣ ਤਾਂ ਬੜੀ ਭਾਵਨਾ ਦੇ ਨਾਲ, ਬੜੀ ਸ਼ਰਧਾ ਅਤੇ ਪਿਆਰ ਦੇ ਨਾਲ ਮਹਾਂਪੁਰਖਾਂ ਦੇ ਤਪ ਅਸਥਾਨ ਦੇ ਦਰਸ਼ਨ ਕਰ ਸਕਦੇ ਹਨ। ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਮਹਾਂਪੁਰਖਾਂ ਦੇ ਧੰਨ ਧੰਨ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਜੀਆਂ ਦੇ ਤਪ ਅਸਥਾਨ ਭੋਰਾ ਸਾਹਿਬ ਸਵੇਰੇ 6:30 ਵਜੇ ਹੀ ਖੁੱਲ੍ਹ ਜਾਣਗੇ। ਜਿਨ੍ਹਾਂ ਸਿੱਖ ਸੰਗਤਾਂ ਨੇ ਦਰਸ਼ਨ ਕਰਨੇ ਹੋਣ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਦਰਸ਼ਨ ਕਰ ਸਕਦੇ ਹਨ। ਅਤੇ ਜਿਸ ਪ੍ਰਕਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਕਰਤਾਰਪੁਰ ਸਾਹਿਬ ਦੇ ਵਿੱਚ ਹੋਰ ਸਿੱਖ ਸੰਗਤਾਂ ਦਾ ਉਧਾਰ ਕਰਨਾ ਹੈ, ਭਲਾ ਕਰਨਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਉਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਬਣੀ ਬਹੁਤ ਨੀਕੀ ਧਰਮਸ਼ਾਲਾ, ਬੈਠੇ ਤਹਿ ਕੇ ਬੀਚ ਕਿਰਪਾਲਾ। ਬਣੀ ਬਹੁਤ ਨੀਕੀ ਧਰਮਸ਼ਾਲਾ, ਬੈਠੇ ਤੇ ਕੇ ਬੀਚ ਕਿਰਪਾਲਾ। हे अच्युत हे पार ब्रह्म अविनाशी अघनाश, हे पूरन हे सर्व मैं दुख पंजन गुण।